ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਬਾਰ 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 ਕੋ ਬਾਰਦ ਬਰਸਤ ਬ੍ਰਿੰਦ ਪਿਖਤ ਬਹਾਰ ਉਦਾਰ ਕੋ ਨਿਤ ਸ੍ਰੀ ਹਰਿ ਗੋਬਿੰਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧਾਨ ਅਨਾਥ ਨਾਥ ਜਗਤ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨ ਕਮਲਾਂ ਵਿਖੇ ਜੁੜ ਬੈਠੀ ਗੁਰੂ ਕੀ ਸਾਜੀ ਔਰ ਨਿਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ। ਸਾਧ ਸੰਗਤ ਅਸਥਾਨ ਜਗਮਗ ਦੂਰ ਹੈ। ਵੱਡਿਆਂ ਭਾਗਾਂ ਵਾਲੇ ਹੋ ਕਿ ਨਿਤਾ ਪ੍ਰਤੀ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਦੇ ਪਵਿੱਤਰ ਪਾਵਨ ਦਰਬਾਰ ਅੰਦਰ ਇਕੱਤਰ ਹੋ ਕੇ ਮੇਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਇਤਿਹਾਸ ਦੀ ਲੜੀਵਾਰ ਕਥਾ ਆਪ ਜੀ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਭਾਵਨਾ ਦੇ ਸਹਿਤ ਸਰਵਣ ਕਰ ਰਹੇ ਹੋ। ਗਰੀਬ ਨਵਾਜ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ 'ਚ ਇੱਕ ਪਠਾਨ ਆਇਆ ਹੈ ਜੋ ਰਾਜਿਆਂ ਦਾ ਧੱਕਿਆ ਹੋਇਆ ਸੀ। ਪਤਾ ਲੱਗਾ ਕਿ ਗੁਰੂ ਸਾਹਿਬ ਸੂਰਮਿਆਂ ਦੇ ਕਦਰਦਾਨੀ ਨੇ। ਆਇਆ ਛੇਵੇਂ ਪਾਤਸ਼ਾਹ ਜੀ ਆਪਣੀ ਖੇਡ ਵਿੱਚ ਵਿਅਸਤ ਨੇ, ਮਸਤ ਨੇ, ਚੌਪੜ ਖੇਡ ਰਹੇ ਸਨ। ਇਹ ਕੋਲ ਖੜਾ ਹੈ ਤੇ ਮਨ 'ਚ ਸੋਚਦਾ ਹੈ ਵੀ ਇਹਨਾਂ ਮੇਰੀ ਕਦਰ ਨਹੀਂ ਕੀਤੀ, ਨਾ ਮੈਂ ਇਹਨਾਂ ਨੇ ਆਪਣਾ ਮੇਰੇ ਕੋਲੋਂ ਕੋਈ ਸਨਮਾਨ ਕਰਾਇਆ। ਮਨ ਵਿੱਚ ਫੁਰਨਾ ਕੀਤਾ ਕਿ ਮੈਂ ਤਲਵਾਰ ਕੱਢਾਂ ਤੇ ਇਹਨਾਂ ਤੇ ਵਾਰ ਕਰ ਦਿਆਂ। ਇਹਦੇ ਮਨ ਵਿੱਚ ਚਿੰਤਨ ਕਰਨ ਦਾ ਫੁਰਨਾ ਫੁਰਿਆ ਹੀ ਸੀ। ਤੇ ਛੇਵੇਂ ਪਾਤਸ਼ਾਹ ਇਹਦੇ ਵੱਲ ਵੇਖ ਕੇ ਕਹਿੰਦੇ, ਪਠਾਨ ਵੱਡਿਆ ਸੂਰਮਿਆ, ਜੰਗ ਦੇ ਮੈਦਾਨ ਦੇ ਵਿੱਚ ਤਲਵਾਰ ਚਲਾਣੀ ਸੀ, ਉੱਥੋਂ ਤਾਂ ਕਾਇਰਾਂ ਵਾਂਗੂ ਭੱਜ ਆਇਆ ਤੇ ਇੱਥੇ ਆ ਕੇ ਆਪਣਾ ਜ਼ੋਰ ਵਿਖਾਉਣਾ ਚਾਹੁੰਦਾ। ਇੱਕਦਮ ਸਤਿਗੁਰਾਂ ਦੇ ਚਰਨਾਂ ਤੇ ਟਹਿ ਪਿਆ। ਕਹਿਣ ਲੱਗਾ, ਮਹਾਰਾਜ ਮੈਨੂੰ ਆਪਣੇ ਚਰਨਾਂ 'ਚ ਹੀ ਰੱਖੋ। ਗੁਰਦੇਵ ਨੇ ਇਹਨੂੰ ਗੁਰਮਤਿ ਦ੍ਰਿੜ ਕਰਾਈ ਤੇ ਆਖਿਆ, ਜਾਓ ਆਪਣੇ ਵੱਡੇ ਰਤਬੇ ਨੂੰ ਜਿਹਦੇ ਤੂੰ ਪਹਿਲਾਂ ਅਪਮਾਨਿਤ ਹੋ ਕੇ ਆਇਆ ਹੈ, ਮੁੜ ਤੇਰਾ ਸਨਮਾਨ ਬਹਾਲ ਹੋ ਜਾਏਗਾ। ਇਹ ਵਾਪਸ ਗਿਆ, ਫਿਰ ਮੁੜ ਕੇ ਉਸੇ ਤਰ੍ਹਾਂ ਦਾ ਮਰਤਬਾ ਇਹਨੂੰ ਦੁਬਾਰਾ ਪ੍ਰਾਪਤ ਹੋ ਗਿਆ। ਕਰਤਾਰਪੁਰ ਸਾਹਿਬ ਵਿਖੇ ਸਤਿਗੁਰੂ ਸੱਚੇ ਪਾਤਸ਼ਾਹ ਅਨੇਕਾਂ ਜੀਵਾਂ ਦਾ ਪਾਰ ਉਤਾਰਾ ਕਰ ਰਹੇ ਨੇ। ਪਾਵਸ ਰੁੱਤ ਆ ਗਈ ਹੈ। ਪਾਵਸ ਰੁੱਤ ਕਹਿੰਦੇ ਆ ਵਰਖਾ ਦੀ ਰੁੱਤ। 6 ਰੁੱਤਾਂ 'ਚੋਂ ਮੀਂਹ ਦੀ ਰੁੱਤ, ਰਸ ਭਰੀ ਰੁੱਤ। ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ, ਐਸੀ ਰਸ ਵਾਲੀ ਰੁੱਤ ਆ ਗਈ ਹੈ। ਸਾਰੀ ਬਨਸਪਤੀ ਹਰੀ ਭਰੀ ਹੈ। ਨਦੀਆਂ, ਦਰਿਆਵਾਂ, ਟੋਭਿਆਂ, ਤਲਾਬਾਂ ਵਿੱਚ ਪਾਣੀ ਭਰਿਆ ਹੋਇਆ ਹੈ। ਸਤਿਗੁਰੂ ਛੇਵੇਂ ਪਾਤਸ਼ਾਹ ਜੀ ਵਿਚਰ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦਾ ਪਾਵਨ ਪਵਿੱਤਰ ਕਲਿਆਣਕਾਰੀ ਇਤਿਹਾਸ ਸਰਵਣ ਕਰੀਏ। ਗੁਰਦੇਵ ਦੇ ਪਵਿੱਤਰ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ, ਰਸਨਾ ਨੂੰ ਪਵਿੱਤਰ ਕਰਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਬਾਰ 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 ਕੋ ਬਾਰਦ ਬਰਸਤ ਬ੍ਰਿੰਦ। ਕਹਿੰਦੇ ਬਾਰ ਬਾਰ ਸ੍ਰੇਸ਼ਟ ਜਲ, ਕਿਉਂਕਿ ਵਰਖਾ ਦਾ ਜਿਹੜਾ ਜਲ ਹੁੰਦਾ ਬੜਾ ਸਾਫ਼ ਸੁਥਰਾ ਤੇ ਬਹੁਤ ਹੀ ਨਿਰਮਲ ਜਲ ਹੁੰਦਾ। ਉਹ ਮੀਂਹ ਬਾਰ-ਬਾਰ ਵਰਸਦਾ। ਕਦੇ ਬੱਦਲੀਆਂ ਆਉਂਦੀਆਂ ਨੇ, ਮੀਂਹ ਵਰਸਦਾ ਹੈ, ਕਦੇ ਉਹ ਬੱਦਲੀਆਂ ਆਕਾਸ਼ ਵਿੱਚ ਅਲੋਪ ਵੀ ਹੋ ਜਾਂਦੀਆਂ, ਮੁੜ ਕੇ ਫੇਰ ਆ ਜਾਂਦੀਆਂ, ਕਿਉਂਕਿ ਮਹੀਨਾ ਹੀ ਇਹੋ ਜਿਹਾ ਮੀਂਹ ਦਾ ਹੈ। ਝੱਟ 'ਚ ਮੀਂਹ ਪੈਣ ਲੱਗ ਪੈਂਦਾ, ਝੱਟ 'ਚ ਹਟ ਜਾਂਦਾ ਹੈ।
ਐਸਾ ਕਹਿੰਦੇ ਮੌਸਮ ਹੈ। ਬਿਖਤ ਬਹਾਰ ਉਦਾਰ ਕੋ ਨਿਤ ਸ੍ਰੀ ਹਰਿ ਗੋਬਿੰਦ। ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਇਹੋ ਜੀ ਬਹਾਰ ਦੀ ਰੁੱਤ ਉਹ ਵੇਖਦੇ ਹਨ। ਬੜੀ ਸੋਹਣੀ ਬਹਾਰ ਹੈ, ਬੜੀ ਸੋਹਣੀ। ਜਦੋਂ ਮੀਂਹ ਪੈਂਦਾ ਤੇ ਠੰਡੀ ਠੰਡੀ ਰੁਮਕ ਰੁਮਕ ਹਵਾ ਚੱਲਦੀ ਹੈ, ਕਿਉਂਕਿ ਜੇਠ ਹਾੜ ਦੀ ਗਰਮੀ 'ਚੋਂ ਜਦੋਂ ਇੱਕਦਮ ਸਾਵਣ ਦੇ ਮਹੀਨੇ 'ਚ ਮੀਂਹ ਪੈਂਦਾ ਤੇ ਬੜਾ ਸੁੱਖ ਪੈਂਦਾ, ਸਾਰੇ ਜੀ ਜੰਤ ਸੁਖੀ ਵਸ ਜਾਂਦੇ ਆ। ਤੋ ਕਹਿੰਦੇ ਬੜੀ ਸੁੰਦਰ ਰੁਮਕ ਰੁਮਕ ਠੰਡੀ ਠੰਡੀ ਹਵਾ ਚੱਲਦੀ ਹੈ। ਚੌਪਈ ਬਰ ਤਰਵਰ ਸਰਵਰ ਪਰ ਖਰੇ। ਬੜੇ ਬੜੇ ਵਧੀਆ ਦਰਖਤ ਜਿਹੜੇ ਸਰੋਵਰਾਂ, ਤਲਾਬਾਂ, ਝੀਲਾਂ, ਅੱਜ ਕੱਲ੍ਹ ਤਾਂ ਨਗਰਾਂ ਦੇ ਵਿੱਚ ਵੀ ਛੱਪੜਾਦਿਕ ਟੋਭੇ ਨਹੀਂ ਰਹੇ, ਨਹੀਂ ਤਾਂ ਅਕਸਰ ਪਿੰਡਾਂ ਨਗਰਾਂ ਦੇ ਵਿੱਚ 2-2 4-4 ਟੋਭੇ ਹੁੰਦੇ, ਪਾਣੀ ਦੇ ਨਾਲ ਉਹ ਭਰ ਜਾਂਦੇ, ਲੋਕ ਉਹ ਪਾਣੀ ਦੀ ਵਰਤੋਂ ਕਰਦੇ। ਤੋ ਹੁਣ ਜਦੋਂ ਦਾ ਜ਼ਮੀਨੀ ਪਾਣੀ ਥੱਲਿਓਂ ਵਰਤਣ ਲੱਗ ਪਏ, ਉਹਨਾਂ ਟੋਭਿਆਂ ਨੂੰ ਤਕਰੀਬਨ ਪੂਰ ਕੇ ਕਿਤੇ ਲੋਕਾਂ ਨੇ ਕਬਜ਼ੇ ਕਰ ਲਏ, ਕਿਤੇ ਕੁਝ ਕਰ ਲਿਆ, ਜਾਂ ਉੱਥੇ ਗੰਦਮੰਦੀ ਜਿਹੜਾ ਸਾਰੇ ਨਗਰ ਦਾ ਪਾਣੀ ਗੰਦਾ ਉਹਨਾਂ ਟੋਭਿਆਂ 'ਚ ਇਕੱਠਾ ਕਰਨ ਲੱਗ ਪਏ। ਇੱਦਾਂ ਦਾ ਵਰਤਾਰਾ। ਪਰ ਉਸ ਵੇਲੇ ਅਕਸਰ ਪਿੰਡਾਂ ਨਗਰਾਂ ਦੇ ਵਿੱਚ ਅਸੀਂ ਆਪ ਆਪਣੇ ਨੇਤਰਾਂ ਨਾਲ ਵੇਖਦੇ ਰਹੇ ਹਾਂ ਕਿ ਟੋਭਿਆਂ ਦੇ ਪਾਣੀ ਦੇ ਵਿੱਚ ਲੋਕ ਜਿੱਥੇ ਪਸ਼ੂਆਂ ਜਾਨਵਰਾਂ ਨੂੰ ਵੀ ਪਾਣੀ ਪਿਆਉਂਦੇ, ਆਪਣੇ ਕੱਪੜੇ ਆਦਿਕ ਧੋਣ ਦਾ ਵੀ ਕੰਮ ਕਰ ਲੈਂਦੇ, ਉਹ ਪਾਣੀ ਦੀ ਵਰਤੋਂ ਕਰ ਲੈਂਦੇ ਸੀ। ਤੋ ਟੋਭੇ ਭਰੇ ਹੋਏ ਨੇ, ਉਹਨਾਂ ਦੇ ਕੰਢਿਆਂ ਤੇ ਦਰਖਤ ਬੜੇ ਬੜੇ ਸੁੰਦਰ, ਤੇ ਉਹਨਾਂ ਦੀ ਸੰਘਣੀ ਛਾਂ ਹੈ। ਨਿਰਮਲ ਜਲ ਨਵੀਨ ਸੋ ਭਰੇ। ਨਿਰਮਲ ਤੇ ਨਵੇਂ ਪਾਣੀ ਦੇ ਨਾਲ, ਕਿਉਂਕਿ ਮੀਂਹ ਪਿਆ ਨਾ ਤਾਜ਼ਾ, ਤੇ ਜਿਹੜਾ ਨਵਾਂ ਪਾਣੀ ਹੈ, ਨਿਰਮਲ ਜਲ ਹੈ, ਉਹਦੇ ਨਾਲ ਉਹ ਤਲਾਬ ਭਰੇ ਹੋਏ ਨੇ। ਧਰਾ ਤਰਾਵਤ ਜਹ ਕਹਿ ਪਿਖਿਅਤ। ਕਹਿੰਦੇ ਜਿੱਥੇ ਵੀ ਵੇਖੀਏ ਧਰਤੀ ਨੂੰ, ਧਰਤੀ ਤਰਾਵਟ ਵਾਲੀ ਨਜ਼ਰ ਆਉਂਦੀ, ਕਿਤੇ ਖੁਸ਼ਕ ਜ਼ਮੀਨ ਨਜ਼ਰ ਨਹੀਂ ਆਉਂਦੀ। ਤਰਾਵਟ ਦਾ ਮਤਲਬ ਹੁੰਦਾ ਵੀ ਸਾਰੀ ਧਰਤੀ ਸਿੰਚੀ ਹੋਈ, ਮੀਂਹ ਪਿਆ ਹੈ ਤੇ ਸਾਰੀ ਧਰਤੀ ਦੇ ਵਿੱਚ ਸਲਾਬ ਹੈ, ਤਰਾਵਟ ਹੈ। ਹਰਿਆਵਲ ਮੁਦਦਾਇਕ ਦਿਖਿਅਤ। ਔਰ ਜਿਹੜੀ ਹਰਿਆਵਲ ਹੈ ਉਹ ਨਜ਼ਰ ਆਉਂਦੀ ਹੈ ਧਰਤੀ ਤੇ। ਹਰਿਆਵਲ ਨੂੰ ਵੇਖ ਕੇ ਮਨ 'ਚ ਖੁਸ਼ੀ ਆਉਂਦੀ। ਪ੍ਰਕਿਰਤੀ ਵਿੱਚ ਇਹ ਬੜੀ ਸੁੰਦਰ ਅਕਾਲ ਪੁਰਖ ਦੀ ਬਣਾਈ ਖੇਡ ਹੈ। ਜਦੋਂ ਤੁਸੀਂ ਹਰਿਆਵਲ ਨੂੰ ਵੇਖੋ ਆਲੇ ਦੁਆਲੇ, ਤੇ ਨੇਤਰਾਂ ਦੇ ਨਾਲ ਹਰਿਆਵਲ ਨੂੰ ਵੇਖ ਕੇ ਅੱਖਾਂ ਨੂੰ ਵੀ ਸੁੱਖ ਪੈਂਦਾ ਹੈ ਤੇ ਮਨ ਦੇ ਵਿੱਚ ਵੀ ਸਕੂਨ ਜਿਹਾ ਆਉਂਦਾ ਹੈ। ਤੋ ਕਹਿੰਦੇ ਚਾਰੇ ਪਾਸੇ ਹਰਿਆਵਲ ਜਿਹੜੀ ਮਨ ਨੂੰ ਬਹੁਤ ਸੁੱਖ ਦਿੰਦੀ ਹੈ, ਖੁਸ਼ੀ ਦਿੰਦੀ ਹੈ, ਉਹ ਹਰਿਆਵਲ ਦਿਸਦੀ ਹੈ। ਕੋਹਕਤ ਕੋਕਿਲ ਕਾ ਉਪਬਨ ਮੈਂ। ਆਹਾ, ਕੋਇਲਾਂ ਉਹ ਬਾਗਾਂ ਦੇ ਵਿੱਚ ਕੋਕਦੀਆਂ ਹਨ, ਕੂਕਦੀਆਂ ਹਨ। ਕੋਇਲਾਂ ਦੀ ਆਵਾਜ਼ ਬਾਗਾਂ ਦੇ ਵਿੱਚ ਸੁਣਾਈ ਦਿੰਦੀ ਹੈ। ਤੜਤਾ ਦਮਕਤ ਬਹੁ ਬਿਦ ਘਨ ਮੈਂ। ਤੇ ਬਿਜਲੀ ਚਮਕਦੀ ਆਕਾਸ਼ ਦੇ ਵਿੱਚ, ਜਦੋਂ ਬਿਜਲੀ ਚਮਕਦੀ ਕਾਲੇ ਰੰਗ ਦੇ ਬੱਦਲਾਂ ਵਿੱਚ, ਉਹ ਵੀ ਸੁੰਦਰ ਜਾਪਦੀ ਹੈ। ਮਧੁਰ ਮਧੁਰ ਉਪਜਤ ਕਨ ਘੋਰ। ਮਿੱਠੀ ਮਿੱਠੀ ਆਵਾਜ਼ ਦੇ ਵਿੱਚ ਜਿਹੜੇ ਬੱਦਲ ਨੇ ਉਹ ਗਰਜਦੇ ਨੇ। ਇੱਕ ਤਾਂ ਹੁੰਦਾ ਵੀ ਬਹੁਤ ਭਿਆਨਕ ਗਰਜਦੇ ਆ, ਇੱਕ ਮਿੱਠੀ ਮਿੱਠੀ ਜੀ ਆਵਾਜ਼ ਦੇ ਵਿੱਚ ਬੱਦਲਾਂ ਦੀ ਗਰਜ ਸੁਣਾਈ ਦਿੰਦੀ ਹੈ। ਠੋਰ ਠੋਰ ਮੋਰਨ ਕੇ ਸ਼ੋਰ। ਤੇ ਜਦੋਂ ਬੱਦਲ ਗਰਜਦੇ ਆ ਤੇ ਫਿਰ ਮੋਰ ਬੜੇ ਖੁਸ਼ ਹੁੰਦੇ, ਥਾਂ ਥਾਂ ਤੇ ਮੋਰ ਕੂਕਦੇ, ਮੋਰ ਬਬੀਹੇ ਬੋਲਦੇ। ਵੇਖ ਬੱਦਲ ਕਾਲੇ, ਕਹਿੰਦੇ ਮੋਰ ਬੜੇ ਨੱਚਦੇ ਆ, ਕੂਕਦੇ ਹਨ। ਇੱਕ ਦਿਨ ਸਤਿਗੁਰ ਸਭਾ ਸੁਹਾਏ। ਇਹੋ ਜਿਹੇ ਮੌਸਮ 'ਚ, ਇਹੋ ਜਿਹੀ ਸੁੰਦਰ ਰੁੱਤ ਵਿੱਚ ਮਹਾਰਾਜ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਸਭਾ ਸਜਾ ਕੇ ਬੈਠੇ ਹੈ। ਮਹਾਰਾਜ ਜੀ ਦਾ ਦੀਵਾਨ ਸ਼ੋਭਨੀਕ ਹੋ ਰਿਹਾ ਹੈ। ਸਿੱਖ ਮਸੰਦ ਸੁਭਟ ਸਮੁਦਾਏ। ਗੁਰੂ ਘਰ ਦੇ ਬਹੁਤ ਸਾਰੇ ਸਿੱਖ ਤੇ ਜਿਹੜੇ ਮਸੰਦ ਨੇ ਉਹ ਮਹਾਰਾਜ ਜੀ ਦੀ ਸਭਾ ਦੇ ਵਿੱਚ ਹਾਜ਼ਰ ਬੈਠੇ ਹਨ। ਜਥਾ ਸੁਰਨ ਮਹਿ ਇੰਦਰ ਬਿਰਾਜੈ। ਤੇ ਸਤਿਗੁਰੂ ਜੀ ਉਹਨਾਂ ਸਾਰੇ ਸਿੱਖਾਂ ਵਿੱਚ ਬੈਠੇ ਇਉਂ ਸ਼ੋਭਨੀਕ ਹੋ ਰਹੇ ਨੇ ਜਿਵੇਂ ਦੇਵਤਿਆਂ 'ਚ ਰਾਜਾ ਇੰਦਰ ਨਹੀਂ ਬੈਠਾ ਸ਼ੋਭਦਾ। ਇਦਾਂ ਸਤਿਗੁਰੂ ਕੋਟਾਨ ਇੰਦਰਾਣ ਇੰਦਰ ਰੂਪ ਹੋ ਕੇ ਸ਼ੋਭਨੀਕ ਹੁੰਦੇ ਨੇ। ਦੁੱਤ ਕੋ ਦੇਖ ਸੋ ਧਰਮਾ ਲਾਜੈ। ਸਤਿਗੁਰੂ ਜੀ ਦੇ ਦਰਬਾਰ ਦੀ ਸ਼ੋਭਾ ਵੇਖ ਕੇ, ਸੁੰਦਰਤਾ ਵੇਖ ਕੇ, ਕ੍ਰਾਂਤੀ ਵੇਖ ਕੇ ਜਿਹੜਾ ਕਹਿੰਦੇ ਸੁਧਰਮਾ ਹੈ ਦੇਵ ਸਭਾ, ਉਹ ਵੀ ਕਹਿੰਦੇ ਲਜਾਏਮਾਨ ਹੁੰਦੀ। ਦੇਵਤੇ ਵੀ ਲਜਾਏਮਾਨ ਹੁੰਦੇ ਵੀ ਸਾਡੀ ਸਭਾ ਦੀ ਵੀ ਇੰਨੀ ਸ਼ੋਭਾ ਨਹੀਂ ਜਿੰਨੀ ਸ਼ੋਭਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸਭਾ ਦੀ, ਉਹਨਾਂ ਦੇ ਦਰਬਾਰ ਦੀ ਹੈ।
ਗੁਰੂ ਬਦਨ ਕੋ ਸਕਲ ਬਿਲੋਕੈ। ਜਿੰਨੇ ਗੁਰਸਿੱਖ ਨੇ ਸਾਰੇ ਮਹਾਰਾਜ ਜੀ ਦੇ ਮੁਖ ਮੰਡਲ ਵੱਲ ਵੇਖਦੇ ਨੇ, ਸਤਿਗੁਰੂ ਜੀ ਦੇ ਸੋਹਣੇ ਮੁਖ ਮੰਡਲ ਦੇ ਦਰਸ਼ਨ ਕਰਦੇ ਹਨ। ਚਲਨ ਅਪਰ ਦਿਸ਼ ਤੇ ਦ੍ਰਿਗ ਰੋਕੈ। ਕਹਿੰਦੇ ਜਦੋਂ ਸਤਿਗੁਰਾਂ ਦੇ ਦਰਸ਼ਨ ਕਰਦੇ ਨੇ ਉਦੋਂ ਸਿੱਖ ਆਪਣੀਆਂ ਅੱਖਾਂ ਨੂੰ ਸੱਜੇ ਖੱਬੇ ਵੇਖਣ ਤੋਂ ਰੋਕ ਲੈਂਦੇ, ਕੇਵਲ ਸਤਿਗੁਰਾਂ ਦੇ ਹੀ ਦੀਦਾਰ ਕਰਦੇ। ਇੱਕ ਟੱਕੀ ਲਾ ਕੇ ਮਹਾਰਾਜ ਜੀ ਦੇ ਗੁਰਦੇਵ ਦੀ ਮੂਰਤ ਨੂੰ ਹੀ ਨਿਹਾਰਦੇ ਹਨ। ਮੁਸਕਾਵਤ ਸਭ ਕੀ ਦਿਸ਼ ਹੋਰੈ। ਸਤਿਗੁਰੂ ਜੀ ਸਾਰੇ ਸਿੱਖਾਂ ਵੱਲ ਵੇਖਦੇ, ਮੁਸਕਰਾਹਟ ਵੰਡਦੇ। ਜਦੋਂ ਵੇਖਦੇ ਨੇ ਨਾ ਮੁਸਕਰਾ ਕੇ ਸਿੱਖਾਂ ਵੱਲ, ਗੁਰਸਿੱਖ ਇਉਂ ਮਹਿਸੂਸ ਕਰਦੇ ਐ ਕਿ ਸਤਿਗੁਰੂ ਜੀ ਸਾਡੇ ਵੱਲ ਵੇਖ ਕੇ ਮੁਸਕਰਾਏ ਨੇ, ਮਹਾਰਾਜ ਜੀ ਦੀ ਖੁਸ਼ੀ ਸਾਨੂੰ ਮਿਲ ਗਈ ਹੈ, ਇਹਦੇ ਨਾਲ ਸਾਡਾ ਲੋਕ ਪਰਲੋਕ ਦੋਵੇਂ ਹੀ ਜਹਾਨ ਸਫਲ ਹੋ ਗਏ ਨੇ। ਇਉਂ ਭਾਵਨਾ ਨਾਲ ਗੁਰਸਿੱਖ ਦਰਸ਼ਨ ਕਰਦੇ ਹਨ। ਕਿਰਪਾ ਕਟਾਖਨ ਤੇ ਨਿਤ ਪ੍ਰੇਰੈ। ਸਤਿਗੁਰੂ ਜੀ ਆਪਣੀ ਕਿਰਪਾ ਭਰੀ ਨਿਗਾਹ ਨਾਲ ਕਟਾਖਸ਼ਾਂ ਨਾਲ ਵੇਖਦੇ ਨੇ। ਚੰਦ ਬਦਨ ਤੇ ਸੁਧਾ ਸਮਾਨੀ। ਆਪਣੇ ਚੰਦਰਮਾ ਜੈਸੇ ਮੁਖ ਮੰਡਲ ਤੋਂ ਅੰਮ੍ਰਿਤ ਜੈਸੀ ਸੁੰਦਰ ਬਾਣੀ ਮਹਾਰਾਜ ਜੀ ਉਚਾਰਦੇ ਨੇ। ਜਿਵੇਂ ਚੰਦਰਮਾ ਚੋਂ ਅੰਮ੍ਰਿਤ ਵਰਸਦਾ ਨਾ, ਇਦਾਂ ਸਤਿਗੁਰੂ ਜੀ ਦੇ ਮੁਖ ਮੰਡਲ ਚੋਂ ਅੰਮ੍ਰਿਤ ਰੂਪੀ ਬਾਣੀ ਉਚਰੀ ਜਾਂਦੀ ਹੈ। ਕਬ ਕਬ ਕਰਤ ਉਚਾਰਤ ਉਚਾਰਨ ਬਾਣੀ। ਕਦੇ ਕਦੇ ਸਤਿਗੁਰੂ ਜੀ ਆਪਣੇ ਮੁਖੋਂ ਬਾਣੀ ਉਚਾਰਦੇ ਨੇ, ਬਚਨ ਉਚਾਰਦੇ ਨੇ। ਕਹਿਤ ਭਏ ਪਾਵਸ ਰਤਨੀ ਕੀ। ਮਹਾਰਾਜ ਜੀ ਬੋਲੇ, ਸਿੱਖਾਂ ਦੀ ਸਭਾ 'ਚ ਬੈਠੇ, ਕਹਿੰਦੇ ਪਾਵਸ ਦੀ ਰੁੱਤ ਹੈ, ਇਹ ਮੀਂਹ ਦੀ ਰੁੱਤ ਹੈ, ਬੜੀ ਸੁੰਦਰ ਹੈ। ਅਬ ਸਰਤਾ ਤਟ ਹੋਏ ਰਮਨੀ ਕੀ। ਤੇ ਜਦੋਂ ਮੀਂਹ ਦੀ ਰੁੱਤ ਹੁੰਦੀ, ਦਰਿਆਵਾਂ ਦੇ ਕੰਢੇ ਬੜੇ ਸੋਹਣੇ ਹੁੰਦੇ ਆ। ਮਹਾਰਾਜ ਜੀ ਕਹਿੰਦੇ ਜਿਹੜੇ ਦਰਿਆ ਹੁੰਦੇ ਉਹ ਭਰ ਕੇ ਵਗਦੇ ਆ ਤੇ ਉਹਨਾਂ ਦੇ ਕਿਨਾਰੇ ਬੜੇ ਸੁੰਦਰ ਹੁੰਦੇ ਆ ਮੀਂਹ ਦੀ ਰੁੱਤ ਵਿੱਚ। ਬਹਿ ਪ੍ਰਵਾਹ ਬੇਗ ਕੇ ਸੰਗ। ਦਰਿਆ ਜਿਹੜੇ ਨੇ ਉਹ ਬੜੇ ਵੇਗ ਦੇ ਨਾਲ ਵਹਿੰਦੇ ਆ, ਉਹਨਾਂ ਦੇ ਵਿੱਚ ਪਾਣੀ ਭਰ ਕੇ ਵਗਦਾ ਇਸ ਮੀਂਹ ਦੀ ਰੁੱਤ ਵਿੱਚ। ਬ੍ਰਿੰਦ ਉਠੰਤ ਉਤੰਗ ਤਰੰਗ। ਬੜੀਆਂ ਸੋਹਣੀਆਂ ਲਹਿਰਾਂ ਉੱਠਦੀਆਂ ਨੇ ਦਰਿਆਵਾਂ ਵਿੱਚ, ਬੜੀਆਂ ਸੋਹਣੀਆਂ ਤਰੰਗਾਂ ਉਪਜਦੀਆਂ ਨੇ। ਤਟ ਉੱਚੇ ਕਰ ਦਮ ਨਹਿ ਜੋਏ। ਤੇ ਬਿਆਸ ਦਰਿਆ ਦੇ ਕੰਢੇ ਤੇ ਜਿਹੜੇ ਉੱਚੇ ਥਾਂ ਨੇ, ਉੱਚੇ ਕੰਢੇ ਨੇ, ਉੱਥੇ ਚਿੱਕੜ ਨਹੀਂ ਹੁੰਦਾ, ਕਿਉਂਕਿ ਆਮ ਕਰਕੇ ਦਰਿਆਵਾਂ ਦੇ ਨੇੜੇ ਤੇੜੇ ਜਿਹੜੀ ਭੂਮੀ ਹੁੰਦੀ ਹੈ ਉਹ ਥੋੜੀ ਜਿਹੀ ਰੇਤਲੀ ਹੁੰਦੀ। ਕਹਿੰਦੇ ਜਿਹੜਾ ਉੱਚਾ ਥਾਂ ਹੁੰਦਾ ਦਰਿਆਵਾਂ ਦੇ ਕੰਢੇ ਤੇ, ਉਹ ਉੱਚੇ ਥਾਂ ਤੇ ਚਿੱਕੜ ਨਹੀਂ ਹੁੰਦਾ। ਤਾਹਾ ਅਖੇਰ ਬ੍ਰਿਤੀ ਪੀ ਹੋਏ। ਉੱਥੇ ਸ਼ਿਕਾਰ ਵੀ ਵਧੀਆ ਮਿਲ ਜਾਂਦਾ ਦਰਿਆਵਾਂ ਦੇ ਕੰਢਿਆਂ ਤੇ, ਕਿਉਂਕਿ ਅਕਸਰ ਜਿਹੜੇ ਜਾਨਵਰ ਪਸ਼ੂ ਪੰਛੀ ਬੜੇ ਸਿਆਣੇ ਹੁੰਦੇ, ਤੇ ਜਦੋਂ ਚਿੱਕੜ ਹੁੰਦਾ ਬਹੁਤਾ ਸੱਜੇ ਖੱਬੇ ਨੀਵੇਂ ਥਾਂ ਤੇ ਉੱਚੇ ਥਾਵਾਂ ਤੇ ਚਲੇ ਜਾਂਦੇ, ਉੱਥੇ ਖੁਸ਼ਕ ਹੁੰਦਾ, ਚਿੱਕੜ ਨਹੀਂ ਹੁੰਦਾ। ਮਹਾਰਾਜ ਜੀ ਕਹਿੰਦੇ ਆਪਾਂ ਨੂੰ ਸ਼ਿਕਾਰ ਵੀ ਮਿਲ ਜਾਏਗਾ ਖੇਡਣ ਵਾਸਤੇ। ਪਰਖੋ ਥਾਨ ਪ੍ਰਥਮ ਜਿਨ ਪੇਖੈ। ਆ ਜਿਹੜਾ ਕੋਈ ਦਰਿਆਵਾਂ ਦਾ ਭੇਤੀ ਆ, ਇੱਥੇ ਨੇੜੇ ਬਿਆਸ ਦਰਿਆ ਵਗਦਾ ਹੈ, ਮਹਾਰਾਜ ਜੀ ਕਹਿੰਦੇ ਜਿਹੜਾ ਕੋਈ ਦਰਿਆ ਦਾ ਭੇਤੀ ਆ, ਕੋਈ ਥਾਂ ਪਰਖੋ, ਵੇਖੋ ਕੋਈ ਇਹੋ ਜੀ ਜਗ੍ਹਾ ਦੀ ਭਾਲ ਕਰੋ। ਚੜ੍ਹੈ ਅਖੇਰ ਬ੍ਰਿਤੀ ਜਿਸ ਬੀਖੈ। ਔਰ ਆਪਾਂ ਜਾ ਕੇ ਸ਼ਿਕਾਰ ਖੇਡੀਏ ਉੱਥੇ। ਮਹਾਰਾਜ ਜੀ ਕਹਿੰਦੇ ਭਾਈ ਤੁਹਾਡੇ ਚੋਂ ਕੋਈ ਇਸ ਇਲਾਕੇ ਦਾ ਭੇਤੀ ਹੈ, ਜਿਹਨੇ ਦਰਿਆ ਦਾ ਕਿਨਾਰਾ ਵੇਖਿਆ ਹੋਵੇ, ਜਿਹਨੂੰ ਪਤਾ ਹੋਵੇ ਸਾਰੇ ਦਰਿਆ ਦੇ ਕੰਢਿਆਂ ਤੇ ਕਿੱਥੇ ਉੱਚਾ ਥਾਂ ਹੈ, ਕਿੱਥੇ ਦਰਿਆ ਦੀ ਮਾਰ ਪੈਂਦੀ ਹੈ, ਕਿੱਥੇ ਨਹੀਂ ਹੁੰਦੀ, ਕਹਿੰਦੇ ਉਹ ਕੋਈ ਭੇਤੀ ਹੋਵੇ, ਉਹ ਅੱਗੇ ਚੱਲ ਕੇ ਸਾਨੂੰ ਦੱਸੇ ਤੇ ਆਪਾਂ ਸ਼ਿਕਾਰ ਖੇਡੀਏ। ਨਦੀ ਬਿਭਾਸਾ ਕੋ ਅਸ ਤੀਰ। ਕਹਿੰਦੇ ਬਿਲ ਆਪਣੇ ਨੇੜੇ ਬਿਆਸ ਦਰਿਆ ਵਗਦਾ, ਕਿਉਂਕਿ ਪਾਤਸ਼ਾਹ ਕਰਤਾਰਪੁਰ ਸਾਹਿਬ ਸੀ, ਨੇੜੇ ਬਿਆਸ ਦਰਿਆ ਵਗਦਾ। ਕਹਿੰਦੇ ਬਿਆਸ ਦਰਿਆ ਦਾ ਜਿਹੜਾ ਕੰਢਾ ਹੈ ਉਹ ਰਮਣੀਕ ਹੈ। ਬਸ ਹੈ ਕਿਤਕ ਦਿਨ ਲੈ ਪਟ ਪੀਰ। ਤੇ ਚਲੋ ਆਪਾਂ ਸਾਰੇ ਯੋਧੇ ਚੱਲੀਏ ਇਕੱਠੇ ਹੋ ਕੇ ਤੇ ਕੁਝ ਦਿਨ ਉਧਰ ਹੀ ਰਵਾਂਗੇ। ਮਹਾਰਾਜ ਜੀ ਕਹਿੰਦੇ ਬਿਆਸ ਦਰਿਆ ਦੇ ਕੰਢੇ ਕੰਢੇ ਹੀ ਵਿਚਰਾਂਗੇ, ਤੰਬੂ ਕਨਾਤਾਂ ਲੈ ਲਓ, ਜਿੱਥੇ ਸਮਾਂ ਬਣਿਆ ਕਰੇਗਾ ਉੱਥੇ ਪੜਾ ਕਰ ਲਿਆ ਕਰਾਂਗੇ, ਦਿਨੇ ਸ਼ਿਕਾਰ ਖੇਡਿਆ ਕਰਾਂਗੇ, ਦੀਵਾਨ ਸਜਾਇਆ ਕਰਾਂਗੇ, ਤੇ ਆਪਾਂ ਕੁਝ ਦਿਨ ਉਧਰ ਹੀ ਰਹੀਏ ਦਰਿਆ ਦੇ ਕੰਢੇ ਕੰਢੇ। ਤਬ ਇੱਕ ਸਿੱਖ ਬੋਲਿਓ ਕਰ ਬੰਦ। ਇੱਕ ਸਿੱਖ ਹੱਥ ਜੋੜ ਕੇ ਬੋਲਿਆ, ਜਿਹੜਾ ਉਸ ਇਲਾਕੇ ਦਾ ਭੇਤੀ ਸੀ। ਮਹਾਰਾਜ ਜਿਮ ਚਾਹੋ ਆਨੰਦ। ਕਹਿਣ ਲੱਗਾ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਜਿਹੋ ਜੀ ਜਗ੍ਹਾ ਲੱਭਦੇ ਹੋ,
ਜਿਹੋ ਜਿਹਾ ਆਨੰਦ ਆਪ ਜੀ ਚਾਹੁੰਦੇ ਹੋ। ਤੀਰ ਬਿਪਾਸਾ ਕੇ ਸਭ ਗ੍ਰਾਮੂ। ਮਹਾਰਾਜ ਜਿਹੜੇ ਬਿਆਸ ਦਰਿਆ ਦੇ ਕੰਢੇ ਕੰਢੇ ਪਿੰਡ ਹਨ, ਕਿਉਂਕਿ ਦਰਿਆ ਦੇ ਕੰਢੇ ਕੰਢੇ ਬਹੁਤ ਨਗਰ ਨੇ, ਜਿੰਨੇ ਪਿੰਡ ਨਗਰ ਸ਼ਹਿਰ ਹਨ, ਤਾਹਾ ਦਾਸ ਰਾਵਰ ਕੇ ਧਾਮੂ। ਹਰ ਪਿੰਡ 'ਚ ਹਰ ਨਗਰ ਵਿੱਚ ਤੁਹਾਡੇ ਸੇਵਾਦਾਰ ਨੇ, ਤੁਹਾਡੇ ਸਿੱਖਾਂ ਦੇ ਘਰ ਨੇ। ਬਾਗੇ ਨਾਮ ਕਹੈ ਤਿਸ ਥਾਨਾ। ਮਹਾਰਾਜ ਇੱਥੋਂ ਕੁਝ ਦੂਰੀ ਤੇ ਦਰਿਆ ਦੇ ਕੰਢੇ ਇੱਕ ਜਗ੍ਹਾ ਜਿਹਨੂੰ ਬਾਗੇ ਨਾਮ ਦੀ ਜਗ੍ਹਾ ਦੇ ਨਾਂ ਨਾਲ ਉਹ ਪ੍ਰਸਿੱਧ ਹੈ। ਉਚਿਤ ਆਪ ਕੇ ਜਥਾ ਬਖਾਨਾ। ਮਹਾਰਾਜ ਜਿਹੋ ਜੀ ਜਗ੍ਹਾ ਆਪ ਜੀ ਚਾਹੁੰਦੇ ਹੋ ਬਿਲਕੁਲ ਆਪ ਜੀ ਦੇ ਉਚਿਤ ਹੈ। ਜਿਵੇਂ ਆਪ ਜੀ ਕਹਿ ਰਹੇ ਹੋ ਨਾ ਵੀ ਚੱਕੜ ਤੋਂ ਬਿਨਾਂ ਉੱਚਾ ਥਾਂ ਹੋਵੇ, ਉਹ ਜਿਹੜੀ ਬਾਗੇ ਨਾਮ ਦੀ ਜਗ੍ਹਾ ਹੈ ਉਹ ਮਹਾਰਾਜ ਆਪ ਜੀ ਦੇ ਵਾਸਤੇ ਉਚਿਤ ਹੈ। ਜਿਵੇਂ ਆਪ ਜੀ ਕਹਿ ਰਹੇ ਹੋ ਉਸੇ ਤਰ੍ਹਾਂ ਦੀ ਹੈ। ਕਰਦਮ ਅਲਪ ਹੋਤ ਥਲ ਊਚਾ। ਉਹ ਉੱਚਾ ਥਾਂ ਹੈ ਦਰਿਆ ਦੇ ਕੰਢੇ ਦਾ, ਤੇ ਉੱਥੇ ਚਿੱਕੜ ਨਹੀਂ ਹੁੰਦਾ, ਉਹ ਚਿੱਕੜ ਤੋਂ ਬਿਨਾਂ ਹੈ। ਕਰੋ ਅਖੇਰ ਬ੍ਰਿਤ ਹੈ ਮੂਚਾ। ਮਹਾਰਾਜ ਆਪ ਜੀ ਸ਼ਿਕਾਰ ਖੇਡੋ, ਜਿਵੇਂ ਆਪ ਜੀ ਦਾ ਚਿੱਤ ਕਰੇ ਉੱਥੇ ਸ਼ਿਕਾਰ ਵੀ ਵਾਧੂ ਮਿਲੇਗਾ। ਬਹਿ ਸਮੀਪ ਪ੍ਰਵਾਹ ਬਿਪਾਸਾ। ਤੇ ਬਿਲਕੁਲ ਨਾਲ ਨਾਲ ਬਿਆਸ ਦਰਿਆ ਦਾ ਨਿਰਮਲ ਪਾਣੀ ਵਹਿੰਦਾ, ਬਿਆਸ ਦਰਿਆ ਦਾ ਨਿਰਮਲ ਜਲ ਨਾਲ ਨਾਲ ਵਗਦਾ ਹੈ। ਕਰਹੁ ਬਿਲੋਕਨ ਬੈਸ ਤਮਾਸ਼ਾ। ਮਹਾਰਾਜ ਆਪ ਜੀ ਚੱਲ ਕੇ ਉੱਥੋਂ ਦਾ ਸਾਰਾ ਤਮਾਸ਼ਾ ਜਿਹੜਾ ਦਰਿਆ ਦੇ ਕਿਨਾਰੇ ਵਰਤਦਾ, ਉਹ ਚੱਲ ਕੇ ਆਪ ਜੀ ਵੇਖੋ, ਆਪ ਜੀ ਉਸ ਜਗ੍ਹਾ ਤੇ ਚਰਨ ਪਾਓ। ਵਿਵਿਧ ਬਿਦਨ ਕੇ ਬਹੁਤ ਬਿਨੋਦ। ਮਹਾਰਾਜ ਉੱਥੇ ਕਈ ਤਰ੍ਹਾਂ ਦੇ ਬਿਨੋਦ ਹੋਣਗੇ। ਬਿਲ ਸੋਹਰਾਵਰ ਪਿਖੋ ਪਿਓਦ। ਆਪ ਜੀ ਚੱਲ ਕੇ ਮਹਾਰਾਜ ਜੀ ਵੇਖੋ, ਉੱਥੋਂ ਦਾ ਮੌਸਮ ਬੜਾ ਸੁੰਦਰ ਹੈ। ਦਰਿਆ ਦੇ ਕੰਢੇ ਤੇ ਜਦੋਂ ਗਰਮੀਆਂ ਦੇ ਦਿਨ ਹੁੰਦੇ, ਅਕਸਰ ਜਦੋਂ ਮੀਂਹ ਦਾ ਰੁੱਤ ਹੁੰਦੀ, ਉਦੋਂ ਦਰਿਆਵਾਂ ਦੇ ਕੰਢਿਆਂ ਤੇ ਥੋੜਾ ਮੌਸਮ ਠੰਡਾ ਹੁੰਦਾ। ਕਹਿੰਦੇ ਮਹਾਰਾਜ ਬੜੀ ਵਧੀਆ ਜਗ੍ਹਾ, ਰਮਣੀਕ ਥਾਂ ਹੈ। ਕਿਰਪਾ ਕਰਹੁ ਸੋ ਥਾਨ ਤੁਮਾਰਾ। ਮਹਾਰਾਜ ਕਿਰਪਾ ਕਰੋ, ਵੀ ਜਗ੍ਹਾ ਤੁਹਾਡੀ ਹੈ, ਸਾਰੀ ਧਰਤੀ ਆਪ ਜੀ ਦੀ ਹੈ। ਦਾਸਨ ਦੇਹੋ ਦਰਸ਼ਨ ਨਿਸਤਾਰਾ। ਮਹਾਰਾਜ ਮੇਰਾ ਇਲਾਕਾ ਵੀ ਉਧਰ ਦਾ ਹੀ ਹੈ, ਨਾਲੇ ਜਿੰਨੇ ਮੇਰੇ ਵਰਗੇ ਉੱਥੇ ਆਪ ਜੀ ਦੇ ਸੇਵਾਦਾਰ ਦਾਸ ਨੇ, ਉਹਨਾਂ ਨੂੰ ਚੱਲ ਕੇ ਦਰਸ਼ਨ ਦਿਓ, ਉਹਨਾਂ ਦਾ ਪਾਰ ਉਤਾਰਾ ਹੋਵੇਗਾ। ਸਿੱਖ ਕੋ ਬਾਕ ਸਕਲ ਸੁਨ ਲਿਓ। ਆਪਣੇ ਸਿੱਖ ਦੇ ਵਾਕ, ਸਿੱਖ ਦੇ ਬਚਨ ਮਹਾਰਾਜ ਜੀ ਦੇ ਸੁਣੇ। ਮੋਨ ਰਹੇ ਨਹਿ ਉੱਤਰ ਦਿਓ। ਪਾਤਸ਼ਾਹ ਚੁੱਪ ਰਹੇ, ਕੋਈ ਜਵਾਬ ਨਹੀਂ ਦਿੱਤਾ। ਅਪਰ ਸਿੱਖ ਨੇ ਬਹੁਰ ਬਖਾਨਾ। ਫਿਰ ਲਾਗੇ ਇੱਕ ਹੋਰ ਸਿੱਖ ਬੈਠਾ ਸੀ, ਉਹ ਬੋਲਿਆ, ਏਕ ਸਥਾਨ ਭਲੋ ਮੈਂ ਜਾਣਾ। ਕਹਿਣ ਲੱਗਾ ਮਹਾਰਾਜ ਇੱਕ ਜਗ੍ਹਾ ਮੈਨੂੰ ਵੀ ਪਤਾ। ਜਿਹੜੇ ਇਹ ਸਿੱਖ ਨੇ ਗੱਲ ਦੱਸੀ, ਮਹਾਰਾਜ ਜੀ ਚੁੱਪ ਰਹੇ, ਜਵਾਬ ਨਹੀਂ ਦਿੱਤਾ, ਹਾਂ ਨਾ ਨਹੀਂ ਕੀਤੀ ਵੀ ਜਾਵਾਂਗੇ ਜਾਂ ਨਹੀਂ ਜਾਵਾਂਗੇ। ਲਾਗੇ ਦੂਜਾ ਸਿੱਖ ਬੈਠਾ ਸੀ, ਉਹ ਬੋਲਿਆ, ਕਹਿੰਦਾ ਮਹਾਰਾਜ ਇੱਕ ਜਗ੍ਹਾ ਦਾ ਮੈਨੂੰ ਵੀ ਪਤਾ ਹੈ। ਮਹਾਰਾਜ ਚਾਹਤ ਚਿਤ ਜੈਸੇ। ਮਹਾਰਾਜ ਜਿਵੇਂ ਤੁਸੀਂ ਚਾਹੁੰਦੇ ਹੋ ਨਾ, ਮੈਨੂੰ ਜਾਪਦਾ ਵੀ ਉਹ ਜਗ੍ਹਾ ਤੁਹਾਨੂੰ ਬਿਲਕੁਲ ਇਨ ਬਿਨ ਉਸੇ ਤਰ੍ਹਾਂ ਪਸੰਦ ਆਵੇਗੀ। ਹਾਂਜੀ, ਸਕਲ ਰੀਤ ਕਹਿ ਸੁੰਦਰ ਤੈਸੇ। ਮਹਾਰਾਜ ਜਿਵੇਂ ਆਪ ਜੀ ਨੇ ਕਿਹਾ ਬਿਲਕੁਲ ਉਸੇ ਤਰ੍ਹਾਂ ਦੀ ਉਹ ਜਗ੍ਹਾ ਬੜੀ ਸੁੰਦਰ ਹੈ। ਊਚੋ ਬਹੁਨਿਤ ਪੰਕ ਬਹੀਨਾ। ਤੇ ਥਾਂ ਬੜੀ ਉੱਚੀ ਹੈ, ਦਰਿਆ ਦਾ ਬਿਲਕੁਲ ਕੰਢਾ ਤੇ ਉੱਚਾ ਥਾਂ ਹੈ, ਉਹਦੇ ਤੇ ਦਰਿਆ ਦੀ ਮਾਰ ਨਹੀਂ ਪੈਂਦੀ। ਔਰ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ, ਪਰ ਵੱਡੀ ਗੱਲ ਇਹ ਹੈ ਵੀ ਚਿੱਕੜ ਨਹੀਂ ਹੈ ਉੱਥੇ। ਹਾਂਜੀ, ਤਰੈ ਬਿਪਾਸਾ ਨੀਰ ਨਵੀਨਾ। ਤੇ ਥਲੜੇ ਪਾਸੇ ਨੀਵਾਂ ਪਾਣੀ ਦਰਿਆ ਦਾ ਵਗਦਾ ਹੈ। ਬਸ ਹੈ ਲੋਕ ਥੋੜੇ ਕਰ ਮੇਲਾ। ਤੇ ਉੱਥੇ ਥੋੜੇ ਜਿਹੇ ਲੋਕ ਵਸਦੇ ਆ, ਬਹੁਤੀ ਸੰਘਣੀ ਆਬਾਦੀ ਵੀ ਨਹੀਂ ਹੈ। ਗ੍ਰਾਮ ਨਾਮ ਤਿਸ ਕਹਿਤ ਰੋਹੇਲਾ। ਔਰ ਉਸ ਪਿੰਡ ਦਾ ਨਾਮ ਹੈ ਰੋਹੇਲਾ। ਥੋੜੇ ਜਿਹੇ ਘਰ ਨੇ, ਜਿਵੇਂ ਡੇਰੇ ਜੇ ਅੱਜ ਕੱਲ ਹੁੰਦੇ ਆ ਨਾ, ਕਹਿੰਦੇ ਏਦਾਂ ਡੇਰਾ ਨੁਮਾ ਘਰ ਨੇ, ਥੋੜੇ ਬਹੁਤੇ ਘਰ ਨੇ। ਉਸ ਪਿੰਡ ਦਾ ਨਾਮ ਰੋਹੇਲਾ ਹੈ। ਕਰਹੁ ਅਖੇਰ ਬ੍ਰਿਤ ਮਨ ਭਾਈ। ਮਹਾਰਾਜ ਸ਼ਿਕਾਰ ਵੀ ਕਮਾਲ ਦਾ ਉੱਥੇ, ਜੰਗਲੀ ਸੂਰ ਬਹੁਤ ਫਿਰਦੇ ਐ, ਪਾੜੇ ਹਿਰਨ ਬੜੇ ਉੱਥੇ ਨਜ਼ਰ ਆਉਂਦੇ ਐ, ਸਏ ਤਿੱਤਰ ਬਟੇਰੇ, ਏਦਾਂ ਦੇ ਮਹਾਰਾਜ ਜੰਗਲੀ ਜਾਨਵਰ ਬਹੁਤ ਨੇ ਉੱਥੇ ਸ਼ਿਕਾਰ ਕਰਨ ਲਈ। ਬੈਠੇ ਪਿਖੋ ਨਦੀ ਜਲ ਜਾਈ। ਮਹਾਰਾਜ ਫਿਰ ਨਾਲੇ ਉਹਦੇ ਕਿਨਾਰੇ ਜਦੋਂ ਤੁਸੀਂ ਦੀਵਾਨ ਸਜਾਇਆ ਕਰੋਗੇ ਨਾ, ਦਰਿਆ ਦੇ ਕੰਢੇ ਤੇ ਉੱਚਾ ਥਾਂ ਹੈ, ਥੱਲੜੇ ਪਾਸੇ ਨਾਲ ਦਰਿਆ ਵਗਦਾ ਹੋਵੇਗਾ। ਮਹਾਰਾਜ ਆਪ ਜੀ ਜਦੋਂ ਬੈਠੋਗੇ ਬੜਾ ਹੀ ਆਨੰਦ ਬਣੇਗਾ। ਜਦੋਂ ਤੁਸੀਂ ਵਗਦੇ ਪਾਣੀ ਕਿਸੇ ਨਦੀ ਦੇ ਕਿਨਾਰੇ, ਦਰਿਆ ਦੇ ਕੰਢੇ ਬੈਠੋ ਨਾ,
ਤੇ ਸਾਡਾ ਮਨ ਬਹੁਤ ਇਕਾਗਰ ਹੁੰਦਾ। ਉਹਦਾ ਕਾਰਨ ਕੀ ਹੈ? ਕਿਉਂਕਿ ਸਾਡੇ ਸਰੀਰ ਵਿੱਚ 70% ਤੋਂ ਵੱਧ ਪਾਣੀ ਦਾ ਬਣਿਆ ਹੋਇਆ ਹੈ ਸਰੀਰ। ਤੇ ਜਦੋਂ ਨੇੜੇ ਪਾਣੀ ਵਗਦਾ ਹੋਵੇ ਜਾਂ ਸਰੋਵਰ ਕੰਢੇ ਬੈਠ ਜਾਓ, ਉਹ ਪਾਣੀ ਖਿੱਚ ਪਾਉਂਦਾ ਤੇ ਮਨ ਥੋੜਾ ਜਿਹਾ ਆਮ ਥਾਵਾਂ ਨਾਲੋਂ ਵੱਧ ਇਕਾਗਰ ਹੁੰਦਾ ਹੈ। ਇਸ ਕਰਕੇ ਜਿੰਨੇ ਮਹਾਂਪੁਰਖ ਰਿਸ਼ੀ ਮੁਨੀ ਤਪਸਵੀ ਉਹ ਨਦੀਆਂ ਦਰਿਆਵਾਂ ਦੇ ਕੰਢੇ ਪੜਾ ਕਰਿਆ ਕਰਦੇ। ਮਹਾਰਾਜ ਉਹ ਜਗ੍ਹਾ ਆਪ ਜੀ ਨੂੰ ਬਹੁਤ ਪਸੰਦ ਆਵੇਗੀ। ਤਿਹ ਸਮ ਕਰਦਮ ਹੀਨ ਸਥਾਨ। ਫਿਰ ਮਹਾਰਾਜ ਜਦੋਂ ਉਹ ਜਿਹੜੀ ਇੱਕ ਤਾਂ ਪਿੰਡ ਹੈ, ਇੱਕ ਦਰਿਆ ਦੇ ਕੰਢੇ ਤੇ ਜਿਹੜੀ ਜਗ੍ਹਾ ਮੈਂ ਦੱਸਦਾ ਉੱਚੀ ਮੈਂ ਵੇਖੀ ਵੀ ਹੈ, ਉਹ ਚਿੱਕੜ ਤੋਂ ਬਿਨਾਂ ਹੈ, ਬੜੀ ਸੁੰਦਰ ਹੈ। ਤੀਰ ਬਿਭਾਸਾ ਰੁਚਿਰ ਨਾ ਆਨ। ਤੇ ਮਹਾਰਾਜ ਜੀ ਬਿਆਸ ਦਰਿਆ ਜਿੰਨਾ ਮਰਜੀ ਭਰ ਕੇ ਵਗੇ, ਉਹ ਜਗ੍ਹਾ ਤੇ ਪਾਣੀ ਨਹੀਂ ਆਉਂਦਾ, ਉੱਚਾ ਥਾਂ ਹੈ ਤੇ ਉੱਥੇ ਪਾਣੀ ਦੀ ਮਾਰ ਵੀ ਨਹੀਂ ਹੈ ਤੇ ਪਾਣੀ ਵੀ ਸਵੱਛ ਨਿਰਮਲ ਕੱਚ ਵਰਗਾ ਵਗਦਾ ਹੈ। ਉਚਿਤ ਆਪ ਕੇ ਕਰਹੁ ਬਿਨੋਦ। ਮਹਾਰਾਜ ਉਹ ਜਗ੍ਹਾ ਆਪ ਜੀ ਦੇ ਉਚਿਤ ਹੈ, ਮਾਨੋ ਵਿਧਾਤੇ ਨੇ ਬਣਾਈ ਤੁਹਾਡੇ ਲਈ ਕਿ ਤੁਸੀਂ ਉੱਥੇ ਵਿਨੋਦ ਕਰੋ, ਉੱਥੇ ਚੋਜ ਕਰੋ। ਅਬ ਲੋਕੋ ਬਰਖੰਤ ਪਯੋਦ। ਮਹਾਰਾਜ ਉੱਥੇ ਚੱਲ ਕੇ ਵੇਖੋ ਤੇ ਜਿਹੜਾ ਇਹ ਮੀਂਹ ਵਰਸਦਾ ਉੱਥੇ, ਇਹ ਮੀਂਹ ਦੀ ਰੁੱਤ ਵੀ ਆਪ ਜੀ ਉੱਥੇ ਮਾਣੋ। ਅਪਰ ਸਿੱਖ ਸੁਨ ਕਰ ਤਬ ਕਹਿਓ। ਨਾਲ ਜਿਹੜੇ ਸਿੱਖ ਬੈਠੇ ਸੀ ਸੁਣ ਕੇ ਉਹ ਵੀ ਕੋਲੋਂ ਬੋਲੇ, ਨਿਸ਼ਚੈ ਸੁਭ ਸਥਾਨ ਸੋ ਲਹਿਓ। ਉਹਨਾਂ ਸਾਰੇ ਸਿੱਖਾਂ ਨੇ ਹਾਮੀ ਭਰੀ, ਕਹਿੰਦੇ ਮਹਾਰਾਜ ਜਿਵੇਂ ਸਿੱਖ ਦੱਸਦਾ ਜਗ੍ਹਾ ਵਾਕਈ ਬੜੀ ਆਨੰਦ ਵਾਲੀ ਹੋਵੇਗੀ, ਰੋਹਿਲੇ ਪਿੰਡ ਦੀ ਬਹੁਤ ਸੁੰਦਰ ਹੋਵੇਗੀ। ਸ੍ਰੀ ਹਰਿ ਗੋਬਿੰਦ ਸੁਨ ਸਭ ਜਾਨਾ। ਜਾਣੀ ਜਾਣ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਸੁਣੀ ਸਾਰੀ ਗੱਲਬਾਤ ਤੇ ਸੁਣ ਕੇ ਜਾਣ ਗਏ। ਗਮਨ ਤਹਾਂ ਕੋ ਮਨ ਮਹਿ ਭਾਨਾ। ਮਹਾਰਾਜ ਜੀ ਦੇ ਮਨ ਨੂੰ ਉਹ ਜਗ੍ਹਾ ਭਾਈ ਵੀ ਉੱਥੇ ਹੀ ਜਾਂਦੇ ਆ, ਕਿਉਂਕਿ ਸਾਹਿਬ ਜਾਣਦੇ ਸੀ ਵੀ ਦੂਸਰਾ ਜੰਗ ਉੱਥੇ ਹੀ ਜਾ ਕੇ ਲੜਨਾ। ਤੇ ਯੋਧਿਆਂ ਨੇ ਵੀ ਹਾਮੀ ਭਰੀ, ਮਹਾਰਾਜ ਜਗ੍ਹਾ ਬੜੀ ਵਧੀਆ ਹੋਵੇਗੀ, ਚੱਲਣਾ ਚਾਹੀਦਾ। ਤੋ ਗਰੀਬ ਨਵਾਜ ਪਾਤਸ਼ਾਹ ਨੇ ਵੇਖਿਆ ਵੀ ਪਰਮੇਸ਼ਰ ਦਾ ਹੁਕਮ ਇਹ ਹੀ ਵਰਤ ਰਿਹਾ ਵੀ ਜਾਣਾ ਚਾਹੀਦਾ ਉੱਥੇ। ਤੋ ਗਰੀਬ ਨਵਾਜ ਪਾਤਸ਼ਾਹ ਜੀ ਨੇ ਕਿਹਾ ਚੰਗਾ ਭਾਈ ਜ਼ਰੂਰ ਜਾਵਾਂਗੇ। ਸ੍ਰੀ ਗੁਰ ਦਿੱਤਾ ਨਿਕਟ ਨਿਹਾਰਾ। ਮਹਾਰਾਜ ਜੀ ਨੇ ਆਪਣੇ ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਸਾਹਿਬ ਜੀ ਨੂੰ ਕੋਲ ਖੜਿਆਂ ਵੇਖਿਆ। ਪਰਮ ਪ੍ਰੇਮ ਤੇ ਬਾਕ ਉਚਾਰਾ। ਬੜੇ ਪਰਮ ਪ੍ਰੇਮ ਦੇ ਵਿੱਚ ਮਹਾਰਾਜ ਜੀ ਨੇ ਬਾਬਾ ਗੁਰਦਿੱਤਾ ਜੀ ਨੂੰ ਕਿਹਾ, ਗੋਇੰਦਵਾਲ ਆਪ ਚੱਲ ਜਾਵੋ। ਕਿ ਬਾਬਾ ਗੁਰਦਿੱਤਾ ਜੀ ਤੁਸੀਂ ਗੋਇੰਦਵਾਲ ਸਾਹਿਬ ਚਲੇ ਜਾਓ, ਕਿਉਂਕਿ ਸਤਿਗੁਰਾਂ ਦਾ ਪਰਿਵਾਰ ਮਹਾਰਾਜ ਜੀ ਦੇ ਬਾਕੀ ਛੋਟੇ 4 ਸਾਹਿਬਜ਼ਾਦੇ ਉਹ ਗੋਇੰਦਵਾਲ ਸਾਹਿਬ ਹੀ ਸਨ। ਤੋ ਮਹਾਰਾਜ ਜੀ ਕਹਿਣ ਲੱਗੇ ਵੀ ਬਾਬਾ ਗੁਰਦਿੱਤਾ ਜੀ ਤੁਸੀਂ ਗੋਇੰਦਵਾਲ ਸਾਹਿਬ ਚਲੇ ਜਾਓ। ਮਿਲੋ ਕੁਟੰਬ ਮੋਦ ਮਨ ਪਾਵੋ। ਉੱਥੇ ਜਾ ਕੇ ਆਪਣੀਆਂ ਮਾਤਾਵਾਂ ਨੂੰ ਭਰਾਵਾਂ ਨੂੰ ਮਿਲੋ ਔਰ ਉਹਨਾਂ ਦੇ ਨਾਲ ਰਹਿ ਕੇ ਵਿਚਰੋ। ਨਿਜ ਮਾਤਾ ਅਰ ਭਰਾਤਨ ਸੰਗ। ਉੱਥੇ ਆਪਣੀ ਮਾਤਾ ਜੀ ਹੋਣਾ ਨੂੰ ਤੇ ਆਪਣੇ ਭਰਾਵਾਂ ਦੇ ਨਾਲ ਸੋ ਤਵ ਹੇਰਨ ਚਾਹਤ ਅੰਗ। ਉਹ ਮਿਲੋ ਗਿਲੋ, ਤੁਹਾਨੂੰ ਸਾਡੇ ਨਾਲ ਆਇਆਂ ਨੂੰ ਵਾਹਵਾ ਸਮਾਂ ਹੋ ਗਿਆ ਤੇ ਤੁਹਾਡੇ ਮਾਤਾ ਜੀ ਹੋਣਾ ਦਾ ਮਨ ਵੀ ਉਧਰਿਆ ਹੋਣਾ ਵੀ ਮੇਰੇ ਪੁੱਤ ਦੇ ਮੈਂ ਦਰਸ਼ਨ ਨਹੀਂ ਕੀਤੇ, ਤੇ ਤੁਸੀਂ ਚੱਲ ਕੇ ਉਹਨਾਂ ਨੂੰ ਮਿਲੋ ਗਿਲੋ, ਪਰਿਵਾਰ ਦੀ ਜ਼ਿੰਮੇਵਾਰੀ ਚੱਲ ਕੇ ਉੱਥੇ ਸਾਂਭੋ। ਫਿਰਨ ਵਹਿਰ ਬਰਖਾ ਰੁਤ ਮਾਹੀ। ਕਿਉਂਕਿ ਅਸੀਂ ਵਰਖਾ ਦੀ ਰੁੱਤ ਹੈ, ਮੀਂਹ ਦੀ ਰੁੱਤ ਹੈ ਤੇ ਅਸੀਂ ਲੰਮਾ ਪੈਂਡਾ ਤੈਅ ਕਰਨਾ ਤੇ ਦਰਿਆ ਦੇ ਕੰਢੇ ਕੰਢੇ ਜਾਣਾ। ਬਿਖਮ ਅਹੈ ਸਭ ਵਿਦ ਸੁਖ ਨਾਹੀ। ਤੇ ਰਸਤੇ ਵਿੱਚ ਕਿਉਂਕਿ ਮੀਂਹ ਕਣੀ ਦਾ ਮੌਸਮ ਹੈ, ਕਿਤੇ ਮੀਂਹ ਪੈਂਦਾ ਹੋਵੇਗਾ, ਕਿਤੇ ਮੱਛਰ ਵੀ ਤੰਗ ਕਰੇਗਾ, ਕਿਤੇ ਕੀੜੇ ਕਿਰਮੀ ਨਾ ਮੌਸਮਾਂ 'ਚ ਬਹੁਤ ਹੁੰਦੇ ਆ, ਤੁਸੀਂ ਨਾਲ ਪਰੇਸ਼ਾਨ ਹੋਵੋਗੇ। ਮਹਾਰਾਜ ਜੀ ਕਹਿੰਦੇ ਬਾਬਾ ਜੀ ਤੁਹਾਨੂੰ ਪਰੇਸ਼ਾਨੀ ਹੋਵੇਗੀ ਸਾਡੇ ਨਾਲ ਤੇ ਤੁਸੀਂ ਗੋਇੰਦਵਾਲ ਸਾਹਿਬ ਚਲੇ ਜਾਓ, ਸੁੱਖ ਨਾਲ ਉੱਥੇ ਨਿਵਾਸ ਕਰੋ। ਅਰ ਤੁਰਕਨ ਸੋ ਵਧਿਓ ਬਿਖੇਰਾ। ਦੂਜਾ ਕਾਰਨ ਇਹ ਵੀ ਹੈ ਵੀ ਸਾਡਾ ਤੁਰਕਾਂ ਦੇ ਨਾਲ, ਬਾਦਸ਼ਾਹ ਦੇ ਨਾਲ ਜੰਗ ਚੱਲ ਰਿਹਾ ਹੈ, ਉਹਨਾਂ ਦੇ ਨਾਲ ਬਖੇੜਾ ਵਧਿਆ ਹੋਇਆ ਹੈ। ਆਏ ਪਰ ਹੈ ਕਿਤ ਜੰਗ ਕਨੇਰਾ। ਪਤਾ ਨਹੀਂ ਕਿਹੜੇ ਵੇਲੇ ਕਿੱਥੇ ਦੁਬਾਰਾ ਜੰਗ ਛਿੜ ਜੇ ਸਾਡੀ। ਮਹਾਰਾਜ ਜੀ ਕਹਿੰਦੇ ਕੋਈ ਪਤਾ ਨਹੀਂ ਕਿਸ ਵੇਲੇ ਕਿੱਥੇ ਸਾਡੇ ਨਾਲ ਜੰਗ ਹੋ ਜਾਏ। ਅਲਪ ਬੈਸੇ ਜਾਂ ਤੇ ਸੁਖ ਲੀਜੈ। ਤੇ ਤੁਹਾਡੀ ਉਮਰ ਹਾਲੇ ਛੋਟੀ ਹੈ ਤੇ ਤੁਸੀਂ ਸੁਖੀ ਹੋ ਕੇ ਆਪਣੇ ਆਸਣ ਤੇ ਰਹੋ, ਗੋਇੰਦਵਾਲ ਸਾਹਿਬ ਜਾ ਕੇ ਨਿਵਾਸ ਕਰੋ। ਗੋਇੰਦਵਾਲ ਬਾਸ ਕੋ ਕੀਜੈ। ਗੁਰੂ ਸਾਹਿਬ ਦੀ ਵੱਡਿਆਂ ਦੀ ਉਹ ਨਗਰੀ ਹੈ, ਪਰਿਵਾਰ ਸਾਰਾ ਉੱਥੇ ਹੈ,
ਉਥੇ ਆਪਣੇ ਪਰਿਵਾਰ ਸਮੇਤ ਵਾਸਾ ਕਰੋ। ਪਿਤ ਆਇਸ ਕੋ ਸਿਰ ਪਰ ਧਰ ਕੇ। ਬਾਬਾ ਗੁਰਦਿੱਤਾ ਸਾਹਿਬ ਜੀ ਨੇ ਪਿਤਾ ਗੁਰਦੇਵ ਦੀ ਆਗਿਆ ਸੁਣੀ ਤੇ 7 ਬਚਨ ਕਹਿ ਕੇ ਆਗਿਆ ਮੰਨੀ। ਹਾਥ ਬੰਦ ਬੰਧਨ ਪਦ ਕਰਕੇ। ਮਹਾਰਾਜ ਜੀ ਦੇ ਚਰਨਾਂ 'ਚ ਹੱਥ ਜੋੜ ਕੇ ਬੰਦਨਾ ਕੀਤੀ, ਮੱਥਾ ਟੇਕਿਆ। ਹਯ ਤਿਆਰ ਪਰ ਭਇਓ ਅਰੂੜ। ਔਰ ਘੋੜਾ ਤਿਆਰ ਕਰਕੇ ਮਹਾਰਾਜ 6ਵੇਂ ਪਾਤਸ਼ਾਹ ਜੀ ਘੋੜੇ ਤੇ ਸਵਾਰ ਹੋਣ ਲੱਗੇ। ਪਹਿਲਾਂ ਬਾਬਾ ਗੁਰਦਿੱਤਾ ਸਾਹਿਬ ਜੀ ਦਾ ਘੋੜਾ ਆ ਗਿਆ। ਸਮਝ ਗੁਰੂ ਕੋ ਆਸ਼ੈ ਗੂੜ। ਗੁਰੂ ਸਾਹਿਬ ਦੇ ਗੂੜ ਆਸ਼ੇ ਨੂੰ ਬਾਬਾ ਜੀ ਨੇ ਸਮਝਿਆ ਵੀ ਸਾਹਿਬ ਕਿਉਂ ਚਾਹੁੰਦੇ ਆ ਮੈਨੂੰ ਭੇਜਣਾ, ਕਿਉਂਕਿ ਜੰਗ ਯੁੱਧ ਦਾ ਮਾਹੌਲ ਹੋਣਾ ਤੇ ਪਰਿਵਾਰ ਨੂੰ ਪਿੱਛੇ ਸਾਂਭਣ ਵਾਲਾ ਕੋਈ ਜ਼ਿੰਮੇਵਾਰ ਵੱਡਾ ਵਿਅਕਤੀ ਚਾਹੀਦਾ ਹੈ। ਇਸ ਕਰਕੇ ਸਤਿਗੁਰਾਂ ਦੇ ਆਸ਼ੇ ਨੂੰ ਬਾਬਾ ਜੀ ਪੂਰਨ ਤੌਰ ਤੇ ਸਮਝ ਗਏ ਔਰ ਗੁਰੂ ਪਾਤਸ਼ਾਹ ਜੀ ਦੀ ਆਗਿਆ ਮੰਨ ਕੇ ਚੱਲ ਪਏ। ਸੰਗ ਸੌਰ ਇਕਾਦਸ ਕਰੇ। ਤਕਰੀਬਨ ਇਕਾਦਸ ਦਾ ਮਤਲਬ 11-12 ਸੂਰਮੇ ਉਹ ਬਾਬਾ ਗੁਰਦਿੱਤਾ ਜੀ ਨੇ ਆਪਣੇ ਨਾਲ ਲਏ। ਪਹੁੰਚਨ ਹਿਤ ਤੁਰਨ ਮਗ ਪਰੇ। ਔਰ ਚੱਲ ਪਏ ਬੜੀ ਛੇਤੀ ਨਾਲ ਗੋਇੰਦਵਾਲ ਸਾਹਿਬ ਨੂੰ। ਗੋਇੰਦਵਾਲ ਪ੍ਰਵੇਸ਼ੇ ਜਾਈ। ਬਾਬਾ ਜੀ ਕਰਤਾਰਪੁਰ ਸਾਹਿਬ ਤੋਂ ਹੱਲਾ ਕੀਤਾ, ਛੇਤੀ ਨਾਲ ਹੀ ਗੋਇੰਦਵਾਲ ਸਾਹਿਬ ਪਹੁੰਚ ਗਏ। ਗੁਰਦੇਸ਼ ਕੀ ਸੁਧ ਸਕਲ ਸੁਨਾਈ। ਜਾ ਕੇ ਮਾਤਾ ਜੀ ਹੋਣਾ ਨੂੰ, ਪਰਿਵਾਰ ਨੂੰ, ਭਰਾਵਾਂ ਨੂੰ ਮਿਲੇ, ਸਤਿਗੁਰਾਂ ਦੀ ਸੁਧ ਸਾਰ ਸਾਰਿਆਂ ਨੂੰ ਦਿੱਤੀ। ਭਰਾਤਨ ਸਾਥ ਖੇਲ ਬੋ ਕਰੇ। ਆਪਣੇ ਭਰਾਵਾਂ ਨੂੰ ਜਾ ਕੇ ਮਿਲੇ ਤੇ ਉਹਨਾਂ ਨਾਲ ਖੇਡਦੇ ਆ ਬਾਬਾ ਗੁਰਦਿੱਤਾ ਜੀ। ਚਾਰੇ ਭਰਾ ਛੋਟੇ ਨੇ। 9ਵੇਂ ਪਾਤਸ਼ਾਹ ਨੂੰ ਗੋਦ 'ਚ ਬਿਠਾ ਕੇ ਨਾ ਬਾਬਾ ਗੁਰਦਿੱਤਾ ਸਾਹਿਬ ਮੱਥਾ ਚੁੰਮਦੇ ਤੇ ਸਭ ਤੋਂ ਛੋਟੇ ਸਨ 9ਵੇਂ ਗੁਰਦੇਵ ਜੀ। ਬਾਬਾ ਟਲ ਰਾਏ ਜੀ ਨੂੰ ਗਲ ਲਾ ਕੇ ਮਿਲਦੇ। ਇਦਾਂ ਭਰਾਵਾਂ ਨਾਲ ਬਾਬਾ ਗੁਰਦਿੱਤਾ ਸਾਹਿਬ ਜੀ ਖੇਡਦੇ ਹਨ। ਮਨ ਭਾਵਤ ਸੁਖ ਕੋ ਨਿਤ ਧਰੇ। ਮਨ ਭਾਉਂਦੇ ਸੁਖ ਜਿਹੜੇ ਗੁਰੂ ਘਰ ਵਿੱਚ ਨੇ ਉਹ ਸਾਰੇ ਬਾਬਾ ਗੁਰਦਿੱਤਾ ਜੀ ਮਾਣਦੇ ਹਨ। ਸ੍ਰੀ ਹਰਿ ਗੋਬਿੰਦ ਭੇ ਤਬ ਤਿਆਰ। ਇੱਧਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੀ ਤਿਆਰਾ ਕਰ ਲਿਆ। ਹੇਰਨ ਤੀਰ ਬਿਪਾਸਾ ਬਾਰ। ਬਿਆਸ ਦਰਿਆ ਦਾ ਨਿਰਮਲ ਕੰਢਾ ਤੇ ਨਿਰਮਲ ਪਾਣੀ ਦਾ ਪ੍ਰਵਾਹ ਵੇਖਣ ਲਈ ਚੱਲ ਪਏ। ਵਜਵਾਇਸ ਤਬ ਕੂਚ ਨਗਾਰਾ। ਸਤਿਗੁਰਾਂ ਨੇ ਕੂਚ ਦਾ ਨਗਾਰਾ ਵਜਵਾਇਆ। ਹੁਕਮ ਕੀਤਾ ਲੱਖੇ ਨਗਾਰ ਚੀਰੂ ਨਗਾਰੇ ਤੇ ਚੋਭਾਂ ਲਾਓ, ਚਾਲੇ ਦੀ ਤਿਆਰੀ ਕਰੋ। ਭਇਓ ਨਦ ਬੱਧ ਦਲ ਸਾਰਾ। ਸਾਰਾ ਦਲ ਮਹਾਰਾਜ ਜੀ ਦਾ ਤਿਆਰ ਬਰ ਤਿਆਰ ਹੋ ਗਿਆ, ਸਨਦਬੱਧ ਹੋ ਗਏ। ਕਿਤਕਨ ਛੋਰੇ ਤੁਪਕ ਤੜਾਕੇ। ਕਹਿੰਦੇ ਦਲ ਪੰਥ ਦੀਆਂ ਜਿੰਨੀਆਂ ਫੌਜਾਂ ਸੀ ਮਹਾਰਾਜ ਜੀ ਦੇ ਸੂਰਮੇ ਸਨ। ਕਈ ਕਹਿੰਦੇ ਜਦੋਂ ਤਿਆਰ ਬਰ ਤਿਆਰ ਹੋ ਗਏ ਤੇ ਚਾਲਾ ਮਾਰਨਾ ਸੀ, ਕਈਆਂ ਨੇ ਹਵਾਈ ਫਾਇਰ ਕੀਤੇ ਬੰਦੂਕਾਂ ਚੋਂ, ਗੋਲੀਆਂ ਦਾਗੀਆਂ ਹਨ। ਸੁਨੇ ਦੂਰ ਲਗ ਸ਼ਬਦ ਸੋ ਜਾ ਕੇ। ਦੂਰ ਤੱਕ ਉਹਨਾਂ ਦੀ ਆਵਾਜ਼ ਗੋਲੀਆਂ ਦੇ ਫੈਰਾਂ ਦੀ ਸੁਣਾਈ ਦਿੰਦੀ ਹੈ। ਤਿਸ ਛਿਨ ਗੁਰ ਟਿਗ ਪੈਂਦੇ ਖਾਨ। ਉਸ ਵੇਲੇ ਪੈਂਦੇ ਖਾਨ ਉਹ ਆਪਣੇ ਪਿੰਡ ਰਹਿੰਦਾ ਸੀ, ਛੋਟੇ ਮੀਰ, ਉਹ ਮਹਾਰਾਜ ਜੀ ਕੋਲ ਆਇਆ। ਆਇਓ ਨਿਜ ਕਰ ਤੇ ਸੁਧ ਜਾਨ। ਉਹਨੂੰ ਪਤਾ ਲੱਗਾ ਵੀ ਸਤਿਗੁਰੂ ਜੀ ਜਾਣ ਲੱਗੇ ਐ ਤੋ ਪੈਂਦੇ ਖਾਂ ਬੜੀ ਛੇਤੀ ਨਾਲ ਘਰੋਂ ਤੁਰ ਕੇ ਮਹਾਰਾਜ ਜੀ ਕੋਲ ਆਇਆ। ਤਿਸ ਕੋ ਦੇਖਤ ਪ੍ਰਭੂ ਵਿਚਾਰਾ। ਪੈਂਦੇ ਖਾਂ ਜਦੋਂ ਆਇਆ ਤੇ ਉਹਨੂੰ ਵੇਖ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਜੀ ਵਿਚਾਰ ਕਰਦੇ, ਆਪਣੇ ਮਨ 'ਚ ਹੀ ਸੋਚਦੇ, ਇਸ ਮੂਰਖ ਕੇ ਔਰ ਹੰਕਾਰਾ। ਮਹਾਰਾਜ ਜੀ ਜਾਣ ਗਏ ਵੀ ਇਸ ਮੂਰਖ ਨੂੰ ਹੰਕਾਰ ਹੋ ਗਿਆ। ਜਿਹੜਾ ਹੰਕਾਰੀ ਹੁੰਦਾ ਉਹ ਮੂਰਖ ਹੀ ਹੁੰਦਾ। ਹੰਕਾਰ ਕਾਹਦਾ ਕਰਨਾ ਹੋਇਆ। ਮਹਾਰਾਜ ਜੀ ਨੇ ਵੇਖਿਆ ਵੀ ਇਸ ਮੂਰਖ ਨੂੰ ਹੰਕਾਰ ਹੋ ਚੁੱਕਾ ਹੈ। ਮਮ ਪੁਜ ਅਲੰਬ ਵਿਜੈ ਗੁਰ ਲੇਤ। ਇਹ ਸੋਚਦਾ ਵੀ ਗੁਰੂ ਸਾਹਿਬ ਜੀ ਜੰਗ ਦੇ ਮੈਦਾਨ 'ਚ ਮੇਰੇ ਕਰਕੇ ਜਿੱਤੇ ਐ, ਮੇਰੀਆਂ ਬਾਹਾਂ ਦੇ ਭੁਜ ਦੰਡਿਆਂ ਦੇ ਬਲ ਕਰਕੇ ਗੁਰੂ ਜੀ ਦੀ ਜਿੱਤ ਹੋਈ ਹੈ। ਸ਼ਤਰਨ ਬ੍ਰਿੰਦ ਹਤੋ ਰਣ ਖੇਤ। ਮੈਂ ਜੰਗ ਦੇ ਮੈਦਾਨ 'ਚ ਬੜੇ ਦੁਸ਼ਮਣਾਂ ਨੂੰ ਮਾਰਿਆ, ਬਹੁਤਿਆਂ ਨੂੰ ਮੈਂ ਹੀ ਮਾਰਦਾ ਹਾਂ। ਅਬ ਤਹ ਜੰਗ ਪਰ ਹੈ ਗੋ ਭਾਰੀ। ਮਹਾਰਾਜ ਜੀ ਕਹਿੰਦੇ ਹੁਣ ਅੱਗੇ ਅਸੀਂ ਜਿੱਥੇ ਚੱਲੇ ਆ ਉੱਥੇ ਵੀ ਜੰਗ ਹੋਣਾ, ਹਰਗੋਬਿੰਦਪੁਰੇ ਦਾ ਜੰਗ ਹੋਣਾ ਨਾ, ਦੂਜਾ ਜੰਗ ਵੀ ਉੱਥੇ ਵੀ ਜਾ ਕੇ ਜੰਗ ਹੋਣਾ। ਜੇ ਕਰ ਹੋਏ ਹੈ ਸੰਗ ਹਮਾਰੀ। ਜੇ ਪੈਂਦੇ ਖਾਂ ਸਾਡੇ ਨਾਲ ਜਾਏਗਾ ਉੱਥੇ ਉਸ ਜੰਗ ਦੇ ਵਿੱਚ ਨਾਲ ਹੋਵੇਗਾ। ਬਹੁਤ ਗਰਭ ਕੋ ਧਰ ਹੈ ਫੇਰੇ। ਇਹ ਫੇਰ ਬੜਾ ਹੰਕਾਰ ਕਰੇਗਾ ਆਪਣੇ ਮਨ ਵਿੱਚ, ਦੁਬਾਰਾ ਫਿਰ ਹਉਮੈ ਦੇ ਨਾਲ ਭਰੇਗਾ। ਗੁਰ ਕੀ ਜੀਤ ਭਈ ਬਲ ਮੇਰੇ। ਕਿ ਗੁਰੂ ਸਾਹਿਬ ਜੀ ਦੀ ਇਸ ਜੰਗ ਦੇ ਵਿੱਚ ਜਿੱਤ ਮੇਰੇ ਬਲ ਕਰਕੇ ਹੋਈ ਆ ਦੂਜੀ ਵਾਰ ਵੀ, ਏਦਾਂ ਇਹ ਸੋਚੇਗਾ।
ਜਾਂ ਤੇ ਇਸ ਬਿਨ ਅਬ ਕੇ ਲਰੀਆ ਹੈ। ਇਸ ਕਰਕੇ ਅਸੀਂ ਆਪਣੇ ਸੂਰਮਿਆਂ ਵਿੱਚ ਵੀ ਮਨੋਬਲ ਭਰਨਾ ਨਾ, ਵੀ ਪੈਂਦੇ ਖਾਂ ਦੀ ਹੋਂਦ ਕਰਕੇ ਕਈਆਂ ਦੇ ਮਨ 'ਚ ਇਹ ਵੀ ਆ ਗਿਆ ਵੀ ਪੈਂਦੇ ਖਾਂ ਕਰਕੇ ਜੰਗ ਜਿੱਤੇ ਆ, ਪਰ ਅਸੀਂ ਆਪਣੇ ਸਿੱਖਾਂ ਵਿੱਚ ਇਹ ਸਪਿਰਿਟ ਭਰਨੀ ਹੈ ਕਿ ਸਿੱਖ ਜਿੰਨੇ ਵੀ ਜੰਗ ਲੜਨਗੇ ਆਉਣ ਵਾਲੇ ਸਮੇਂ 'ਚ ਉਹ ਕਿਸੇ ਵਿਅਕਤੀ ਦੇ ਬਲ ਕਰਕੇ ਨਹੀਂ ਲੜਨਗੇ, ਉਹ ਆਪਣੇ ਗੁਰੂ ਦੇ ਦਿੱਤੇ ਬਲ ਕਰਕੇ ਲੜਨਗੇ, ਔਰ ਇਹ ਜਾਣ ਕੇ ਲੜਨਗੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਅੰਗ ਸੰਗ ਨੇ, ਸਾਡੀ ਫਤਿਹ ਹੋਵੇਗੀ। ਇਹ ਨਹੀਂ ਵੀ ਕੋਈ ਦੁਨੀਆ ਦਾ ਬੰਦਾ ਕੋਈ ਵਿਅਕਤੀ ਆਵੇਗਾ ਤੇ ਉਹਦੇ ਕਰਕੇ ਜੇ ਪਾਤਸ਼ਾਹ ਸਿੱਧਾ ਅਕਾਲ ਪੁਰਖ ਨਾਲ, ਗੁਰੂ ਨਾਲ ਜੋੜਦੇ ਆਪਣੇ ਸਿੱਖ ਨੂੰ ਅਕਾਲ ਪੁਰਖ ਨਾਲ। ਤੂੰ ਸਾਹਿਬ ਬੜੀ ਦੂਰ ਅੰਦੇਸ਼ੀ ਬਿਰਤੀ ਵਿਚਾਰ ਰਹੇ ਵੀ ਪੈਂਦੇ ਖਾਂ ਕਰਕੇ ਕਈਆਂ ਦੇ ਮਨ 'ਚ ਆ ਵੀ ਗਈ ਹੋਵੇਗੀ, ਪੈਂਦੇ ਖਾਂ ਨੇ ਲਿਆਂਦੀ ਹੋਣੀ ਆ ਵੀ ਮੇਰੇ ਕਰਕੇ ਜੰਗ ਜਿੱਤਿਆ। ਜੇ ਹੁਣੇ ਸਾਡੇ ਨਾਲ ਗਿਆ ਉੱਥੇ ਦੂਜਾ ਜੰਗ ਅਸੀਂ ਲੜਨਾ, ਉੱਥੇ ਇਹਦੇ ਮਨ 'ਚ ਫੇਰ ਹੰਕਾਰ ਆ ਜਾਣਾ, ਇਹਨੇ ਕਹਿਣਾ ਵੀ ਮੇਰੇ ਕਰਕੇ ਦੂਜਾ ਜੰਗ ਵੀ ਜਿੱਤਿਆ ਗਿਆ। ਅਸੀਂ ਇਹਨੂੰ ਨਾਲ ਨਾ ਲੈ ਕੇ ਜਾਈਏ ਵਿਜੈ ਲੇਹ ਗਨ ਤੁਰਕਨ ਹਰੀਐ ਤੇ ਦੂਜੇ ਜੰਗ ਦੇ ਵਿੱਚ ਇਹਦੇ ਤੋਂ ਬਿਨਾਂ ਹੀ ਲੜ ਕੇ ਆਪਣੇ ਯੋਧਿਆਂ ਦਾ ਮਨੋਬਲ ਬਲਵਾਨ ਕਰੀਏ ਤੇ ਜੰਗ ਦੇ ਮੈਦਾਨ 'ਚ ਜਿੱਤ ਪ੍ਰਾਪਤ ਕਰੀਏ, ਤੇ ਪੈਂਦੇ ਦੇ ਮੂੰਹ ਨੂੰ ਵੀ ਫਿਰ ਤਾਲਾ ਲੱਗ ਜੂ, ਇਹਨੂੰ ਵੀ ਪਤਾ ਲੱਗ ਜਾਏਗਾ ਕਿ ਮੇਰੇ ਤੋਂ ਬਿਨਾਂ ਵੀ ਸਤਿਗੁਰੂ ਜੀ ਔਰ ਉਹਨਾਂ ਦੇ ਯੋਧੇ ਜੰਗ ਜਿੱਤ ਸਕਦੇ ਨੇ। ਏਮ ਵਿਚਾਰ ਗੁਰਬਾਕ ਬਖਾਨਾ, ਇਹ ਸਾਰੀਆਂ ਗੱਲਾਂ ਮਹਾਰਾਜ ਜੀ ਨੇ ਵਿਚਾਰੀਆਂ ਤੇ ਵਿਚਾਰ ਕੇ ਸਤਿਗੁਰੂ ਮਹਾਰਾਜ ਛੇਵੇਂ ਪਾਤਸ਼ਾਹ ਬੋਲੇ, ਪੈਂਦੇ ਖਾਨ ਰਹੋ ਘਰ ਥਾਨਾ। ਮਹਾਰਾਜ ਜੀ ਕਹਿੰਦੇ ਪੈਂਦੇ ਖਾਂ ਤੂੰ ਘਰ ਹੀ ਰਹਿ, ਆਪਣੇ ਨਗਰ ਵਿੱਚ ਹੀ ਨਿਵਾਸ ਕਰ। ਅਬ ਹੂੰ ਤੇਰੋ ਭਇਓ ਨਿਕਾਹ, ਆ ਥੋੜੇ ਦਿਨ ਪਹਿਲਾਂ ਤੇਰੀ ਸ਼ਾਦੀ ਹੋਈ ਆ, ਨਿਕਾਹ ਹੋਇਆ ਤੇ ਨਵਾਂ ਵਿਆਹ ਹੋਇਆ, ਤੇਰਾ ਜਿੰਮਾ ਬਣਦਾ ਵੀ ਆਪਣੇ ਪਰਿਵਾਰ ਵਿੱਚ ਰਹੇ। ਬਸਹੋ ਆਪ ਥੀਵੀ ਕੇ ਪਾਹ, ਤੂੰ ਆਪਣੀ ਬੀਵੀ ਦੇ ਨਾਲ ਇੱਥੇ ਹੀ ਕੁਝ ਸਮਾਂ ਨਿਵਾਸ ਕਰ। ਹਮ ਹੈ ਰਹਿ ਹਰ ਤੀਰ ਬਿਪਾਸਾ, ਅਸੀਂ ਬਿਆਸ ਦਰਿਆ ਦਾ ਕੰਢਾ ਵੇਖਾਂਗੇ, ਨਾਲ ਜਾਵਾਂਗੇ। ਬਰਖਦ ਬਦਰਾ ਅਧਿਕ ਚਮਾਸਾ, ਤੇ ਨਾਲੇ ਚਮਾਸੇ ਦਾ ਮਹੀਨਾ ਮੀਂਹ ਵਰਸਦਾ ਹੈ, ਕੇਤਕ ਦਿਨ ਹਮ ਤਾਹਾਂ ਬਿਤਾਵੈ। ਅਸੀਂ ਨਾਲੇ ਕੁਝ ਦਿਨ ਇੱਧਰ ਹੀ ਬਤੀਤ ਕਰਾਂਗੇ, ਚਮਾਸੇ ਦੇ ਦਿਨ ਜਿਹੜੇ ਨੇ ਉਹ ਬਿਆਸ ਦਰਿਆ ਦੇ ਕੰਢੇ ਹੀ ਬਤੀਤ ਕਰਾਂਗੇ। ਬਿਨ ਕਰਦਮ ਸੋ ਥਾਨ ਬਤਾਵੈ, ਆ ਸਾਨੂੰ ਸਿੱਖਾਂ ਨੇ ਦੱਸਿਆ ਵੀ ਇੱਕ ਨਗਰ ਹੈ ਰੋਹੇਲਾ, ਉੱਥੇ ਚਿੱਕੜ ਕੋਈ ਨਹੀਂ, ਚਿੱਕੜ ਤੋਂ ਬਿਨਾਂ ਉਹ ਜਗ੍ਹਾ ਤੇ ਉੱਥੇ ਸਾਡਾ ਮਨ ਕਰਦਾ ਵੀ ਚਮਾਸੇ ਦੇ ਦਿਨ ਅਸੀਂ ਉੱਥੇ ਹੀ ਬਤੀਤ ਕਰੀਏ। ਪਰੇ ਕਾਰ ਤੋਂ ਲੇਹ ਬੁਲਾਈ, ਹਾਂ ਪੈਂਦੇ ਖਾਂ ਜੇ ਲੋੜ ਪਈ, ਕੋਈ ਕੰਮ ਪਿਆ ਹੋਇਆ ਤਾਂ ਤੈਨੂੰ ਜ਼ਰੂਰ ਸੱਦ ਲਾਂਗੇ, ਤੈਨੂੰ ਬੁਲਾ ਲਵਾਂਗੇ। ਤਬ ਲੋ ਸਦਨ ਬਸਹੋ ਸੁਖ ਪਾਈ, ਉਦੋਂ ਤਾਈਂ ਤੂੰ ਆਪਣੇ ਘਰ 'ਚ ਸੁੱਖ ਦੇ ਨਾਲ ਵਾਸਾ ਕਰ। ਹਾਥ ਜੋੜ ਕਹਿ ਪੈਂਦੇ ਖਾਨ, ਹੱਥ ਜੋੜ ਕੇ ਪੈਂਦੇ ਖਾਂ ਬੋਲਿਆ। ਜਦੋਂ ਸਤਿਗੁਰਾਂ ਇਹ ਬਚਨ ਕਹੇ ਨਾ ਫਿਰ ਪੈਂਦਾ ਬੋਲਿਆ, ਮੈਂ ਕਿਵੇਂ ਬਸਹੋ ਆਪਨ ਕਰ ਥਾਨ। ਕਹਿਣ ਲੱਗਾ ਮਹਾਰਾਜ ਇਹ ਕਿਵੇਂ ਹੋ ਸਕਦਾ ਵੀ ਤੁਸੀਂ ਜਾਓ ਤੇ ਮੈਂ ਤੁਹਾਡੇ ਤੋਂ ਬਿਨਾਂ ਕੱਲਾ ਇੱਥੇ ਘਰ ਦੇ ਵਿੱਚ ਵਸਾਂ। ਸ਼ਾਹੋ ਜਹਾਂ ਕੇ ਸੰਗ ਬਿਗਾਰ, ਸ਼ਾਹਜਹਾਨ ਬਾਦਸ਼ਾਹ ਦੇ ਨਾਲ ਤੁਹਾਡਾ ਵਿਗਾੜ ਪਿਆ ਹੋਇਆ, ਤੁਹਾਡਾ ਜੰਗ ਹੋਇਆ। ਭਇਓ ਅਧਿਕ ਲਸ਼ਕਰ ਕੋ ਮਾਰ, ਕਿੱਡਾ ਵੱਡਾ ਲਸ਼ਕਰ ਤੁਸੀਂ ਜੰਗ ਦੇ ਮੈਦਾਨ ਵਿੱਚ ਬਾਦਸ਼ਾਹ ਦਾ ਮਾਰ ਮੁਕਾਇਆ ਹੈ। ਔਚਕ ਪਰ ਹੈ ਜੇ ਆਨ ਲੜਾਈ, ਮਹਾਰਾਜ ਪਤਾ ਨਹੀਂ ਕਿਹੜੇ ਵੇਲੇ ਦੁਬਾਰਾ ਜੰਗ ਹੋ ਜਾਏ, ਕਦੋਂ ਵੀ ਮਾਹੌਲ ਬਣ ਸਕਦਾ। ਅਚਾਨਕ ਜੇ ਕਿਤੇ ਉਧਰ ਆਪ ਜੀ ਜਿੱਧਰ ਜਾ ਰਹੇ ਹੋ ਉੱਥੇ ਕੋਈ ਜੰਗ ਯੁੱਧ ਹੋ ਗਿਆ, ਪਠ ਹੈ ਸ਼ਾਹ ਹੁਸੈਨ ਸਮੁਦਾਈ। ਕਿਆ ਪਤਾ ਬਾਦਸ਼ਾਹ ਉਧਰ ਫੌਜ ਭੇਜ ਦੇਵੇ, ਅਚਾਨਕ ਫੌਜ ਤੁਹਾਡੇ ਤੇ ਹਮਲਾ ਕਰ ਦੇਵੇ। ਪਹੁੰਚਿਓ ਜਾਏ ਨਾ ਮੋਹ ਤੇ ਤਬੈ, ਤੇ ਫਿਰ ਮਹਾਰਾਜ ਐਨ ਉਸ ਮੌਕੇ ਤੇ ਮੇਰੇ ਕੋਲੋਂ ਪਹੁੰਚਿਆ ਨਹੀਂ ਜਾਣਾ, ਉੱਥੇ ਜੰਗ ਛਿੜ ਗਈ, ਤੁਸੀਂ ਇਕੱਲੇ ਹੋਵੋਗੇ, ਮੈਂ ਇੱਥੇ ਪਰਿਵਾਰ 'ਚ ਹੋਵਾਂਗਾ ਤੇ ਤੁਹਾਡੇ ਕੋਲ ਪਹੁੰਚ ਨਹੀਂ ਸਕਾਂਗਾ। ਕਿਮ ਸਤਿਗੁਰ ਤਜ ਗਮ ਨਹੁ ਅਬੈ, ਨਾ ਮਹਾਰਾਜ ਮੈਂ ਤਾਂ ਨਾਲ ਹੀ ਜਾਵਾਂਗਾ, ਪਤਾ ਨਹੀਂ ਕਿੱਥੇ ਜੰਗ ਹੋ ਜਾਏ, ਕਿੱਥੇ ਯੁੱਧ ਹੋ ਜਾਏ, ਤੇ ਸਤਿਗੁਰੂ ਜੀ ਮੈਨੂੰ ਤੁਸੀਂ ਛੱਡ ਕੇ ਨਾ ਜਾਓ। ਜੇ ਮੈਂ ਕਾਜ ਨਾ ਆਏ ਤੁਮਾਰੇ, ਮਹਾਰਾਜ ਜੇ ਮੈਂ ਤੁਹਾਡੇ ਕੰਮ ਹੀ ਨਾ ਆਇਆ, ਕਿਉਂਕਿ ਤੁਸੀਂ ਤਾਂ ਮੈਨੂੰ ਰੱਖਿਆ ਜੰਗ ਯੁੱਧ ਲੜਨ ਲਈ, ਇਹੀ ਮੇਰਾ ਕੰਮ ਹੈ, ਤੇ ਜੇ ਮੈਂ ਤੁਹਾਡੇ ਕੰਮ ਹੀ ਨਾ ਆਇਆ, ਸਕਲ ਜਗਤ ਹੀ ਦੇਖ ਤੇ ਘਾਰੇ, ਤੇ ਸਾਰਾ ਜੱਗ ਵੇਖ ਕੇ ਮੈਨੂੰ ਲਾਹਨਤਾਂ ਪਾਵੇਗਾ। ਲੋਕ ਆਖਣਗੇ ਪੈਂਦੇ ਤੇ ਤਰਕਾਰ ਹੈ, ਜੰਗ ਦੇ ਮੈਦਾਨ 'ਚ ਗੁਰੂ ਸਾਹਿਬ ਦੇ ਨਾਲ ਨਹੀਂ ਲੜ ਸਕਿਆ,
ਰਣ ਭੂਮੀ 'ਚ ਮਹਾਰਾਜ ਜੀ ਦੇ ਨਾਲ ਨਹੀਂ ਖਲੋ ਸਕਿਆ। ਇਸ ਕਰਕੇ ਮਹਾਰਾਜ ਜੀ ਲੋਕ ਮੈਨੂੰ ਲਾਹਨਤਾਂ ਪਾਉਣਗੇ। ਦੀਰਘ ਮੁਰਛਿਦ ਪਿਤਾ ਖੁਦਾਏ। ਮਹਾਰਾਜ ਤੁਸੀਂ ਮੇਰੇ ਪਿਤਾ ਹੋ, ਮੇਰੇ ਮੁਰਸ਼ਿਦ ਵੀ ਹੋ ਵੱਡੇ, ਤੇ ਮੇਰੇ ਪਿਤਾ ਵੀ ਹੋ, ਖੁਦਾ ਦਾ ਨੂਰ ਹੋ। ਤੁਮ ਹੀ ਹੋ ਮੇਰੇ ਸੁਖਦਾਏ। ਮਹਾਰਾਜ ਤੁਸੀਂ ਮੇਰੇ ਮੁਰਸ਼ਿਦ ਹੋ, ਮੇਰੇ ਅੱਲਾ ਹੋ, ਮੇਰੇ ਖੁਦਾ ਹੋ, ਮੇਰੇ ਪੀਰ ਹੋ, ਮੇਰੇ ਪਿਤਾ ਹੋ। ਮੋਕਹ ਉਚਿਤ ਨਾ ਛੋਰੋ ਸਾਥ। ਮਹਾਰਾਜ ਇਹ ਮੇਰੇ ਲਈ ਉਚਿਤ ਨਹੀਂ ਕਿ ਮੈਂ ਤੁਹਾਡਾ ਸਾਥ ਛੱਡਾਂ ਜਾਂ ਤੁਸੀਂ ਮੈਨੂੰ ਏਦਾਂ ਛੱਡ ਕੇ ਚਲੇ ਜਾਓ। ਰਣ ਕੋ ਸਮਾ ਲਖੋ ਗੁਰਨਾਥ। ਇਹ ਜਗਤਨਾਥ ਹੁਣ ਤਾਂ ਜੰਗ ਦਾ ਸਮਾਂ, ਪਤਾ ਨਹੀਂ ਕਿਹੜੇ ਵੇਲੇ ਜੰਗ ਛਿੜਦੇ, ਅੱਜ ਹੋ ਜੇ ਕੱਲ ਹੋ ਜੇ, ਕੋਈ ਪਤਾ ਕਿਸ ਵੇਲੇ ਕਿੱਥੇ ਜੰਗ ਹੋ ਜਾਏ। ਪੁਨ ਸੁਨ ਕਰ ਤੇ ਕਹਿਓ ਕਿਰਪਾਲ। ਜਦੋਂ ਪੈਂਦੇ ਖਾਨ ਨੇ ਏਦਾਂ ਬੇਨਤੀ ਕੀਤੀ, ਸੁਣ ਕੇ ਪਰਮ ਕਿਰਪਾਲੂ ਦਿਆਲੂ ਸਤਿਗੁਰੂ ਜੀ ਬੋਲੇ, ਜਿਉ ਤੂੰ ਕਹੈ ਅਹੈ ਸੋ ਢਾਲ। ਮਹਾਰਾਜ ਜੀ ਕਹਿੰਦੇ ਪੈਂਦੇ ਖਾਂ ਜਿਵੇਂ ਤੂੰ ਬੋਲਦਾ ਹੈ, ਭਾਵੇਂ ਬਿਲਕੁਲ ਸਹੀ ਗੱਲ ਹੈ ਤੇਰੀ, ਤੂੰ ਸਹੀ ਕਹਿ ਰਿਹਾ, ਤਉ ਪ੍ਰਸੰਨ ਹੋਏ ਹਮ ਕਹਿਓ। ਪਰ ਅਸੀਂ ਤੈਨੂੰ ਪ੍ਰਸੰਨਤਾ ਨਾਲ ਹੀ ਛੱਡ ਰਹੇ ਹਾਂ, ਆਪਣੀ ਖੁਸ਼ੀ ਨਾਲ। ਕੋਈ ਇਦਾਂ ਦੀ ਗੱਲ ਨਹੀਂ, ਅਸੀਂ ਤੇਰੇ ਤੇ ਪ੍ਰਸੰਨ ਹਾਂ ਤੇ ਤੈਨੂੰ ਖੁਸ਼ੀ ਨਾਲ ਹੀ ਛੱਡ ਰਹੇ ਹਾਂ। ਬਸਨ ਸਮਾ ਤਵ ਕਰ ਕੋ ਲਹਿਓ। ਅਸੀਂ ਚਾਹੁੰਦੇ ਆ ਵੀ ਤੇਰੀ ਨਵੀਂ ਸ਼ਾਦੀ ਹੋਈ ਆ ਤੇ ਤੂੰ ਕੁਝ ਸਮਾਂ ਆਪਣੇ ਪਰਿਵਾਰ 'ਚ ਬੱਚਿਆਂ 'ਚ ਰਹਿ। ਰਹੋ ਚਮਾਸਾ ਬਨਤਾ ਤੀਰ। ਤੇ ਚਮਾਸੇ ਦੇ ਜਿਹੜੇ ਮਹੀਨੇ ਨੇ ਘਰ 'ਚ ਨਿਵਾਸ ਕਰੋ। ਪੁਨ ਹਮ ਸੋ ਮਿਲਿਆ ਹੈ ਬੜ ਵੀਰ। ਤੇ ਜਦੋਂ ਇਹ ਚਮਾਸੇ ਦੇ ਦਿਨ ਲੰਘ ਜਾਣਗੇ, ਮੀਂਹ ਦੀ ਰੁੱਤ ਤੋਂ ਬਾਅਦ ਫੇਰ ਆ ਮਿਲੀ ਸਾਨੂੰ, ਤੂੰ ਵੱਡਾ ਯੋਧਾ ਹੈ, ਫਿਰ ਸਾਨੂੰ ਆ ਮਿਲੀ। ਕਯੋ ਸੰਕਟ ਚਿਤ ਬਸਹੁ ਆਵਾਸ। ਤੇ ਤੂੰ ਹੁਣ ਆਪਣੇ ਘਰ ਵਿੱਚ ਹੀ ਵਸਣਾ ਕਰ। ਅਹੈ ਸਦਾ ਤੂੰ ਹਮਰੇ ਪਾਸ। ਮਹਾਰਾਜ ਜੀ ਕਹਿੰਦੇ ਤੂੰ ਸਾਡੇ ਕੋਲ ਹੀ ਹੈ, ਤੂੰ ਸਾਡੇ ਪਾਸ ਹੀ ਹੈ, ਤੂੰ ਬੇਫਿਕਰ ਹੋ ਜਾ। ਮਾਨ ਬਾਕ ਨਹਿ ਫੇਰ ਕਰੀਜੈ। ਸਾਡਾ ਬਚਨ ਮੰਨ ਤੇ ਬਚਨ ਨਾ ਮੋੜ, ਸਤ ਬਚਨ ਕਰ ਜਿਵੇਂ ਅਸੀਂ ਕਹਿ ਰਹੇ ਹਾਂ। ਕਰਹਿ ਹਕਾਰਨ ਆਨ ਮਿਲੀਜੈ। ਜਦੋਂ ਤੈਨੂੰ ਬੁਲਾਵਾਂਗੇ ਤੂੰ ਬਸ ਆ ਕੇ ਸਾਨੂੰ ਮਿਲ ਲਈ। ਹਾਥ ਜੋਰ ਪੁਨ ਬੋਲਿਓ ਨਾਹਨ। ਪੈਂਦੇ ਖਾਂ ਨੇ ਫਿਰ ਹੱਥ ਜੋੜੇ ਤੇ ਬੋਲਿਆ ਨਹੀਂ, ਜਿਵੇਂ ਮਹਾਰਾਜ ਜੀ ਦਾ ਹੁਕਮ ਸਤ ਬਚਨ ਕਹਿ ਕੇ ਮੰਨਿਆ। ਤਉ ਸੋ ਵਿਛੜਨ ਕੀ ਚਿਤ ਚਾਹਨ। ਪਰ ਮਨ ਦੇ ਵਿੱਚ ਵਿਛੜਨ ਦੀ ਇੱਛਾ ਨਹੀਂ ਸੀ। ਪੈਂਦੇ ਖਾਂ ਦਿਲੋਂ ਚਾਹੁੰਦਾ ਸੀ ਕਿ ਜੰਗ ਯੁੱਧ ਕਿਤੇ ਵੀ ਹੋ ਸਕਦਾ, ਮੈਂ ਮਹਾਰਾਜ ਜੀ ਦੇ ਨਾਲ ਹੀ ਰਵਾਂ। ਮਨ ਨਹੀਂ ਸੀ ਉਹਦਾ ਕਰਦਾ ਰਹਿਣ ਨੂੰ। ਸਿਰ ਪਰ ਆਇਸ ਗੁਰ ਕੀ ਧਾਰੀ। ਪਰ ਗੁਰੂ ਸਾਹਿਬ ਦੀ ਆਗਿਆ ਸੀ, ਮਹਾਰਾਜ ਜੀ ਦਾ ਹੁਕਮ ਸੀ, ਗੁਰਦੇਵ ਦੀ ਆਗਿਆ ਤੇ ਹੁਕਮ ਇਹਨੇ ਸਿਰ ਤੇ ਪ੍ਰਵਾਨ ਕੀਤੀ। ਰਹਿਓ ਜਬ ਹੈ ਪ੍ਰਭ ਸੀਖ ਉਚਾਰੀ। ਜਿਵੇਂ ਮਹਾਰਾਜ ਜੀ ਨੇ ਸਿੱਖਿਆ ਉਚਾਰੀ, ਇਹਨੇ ਸਤ ਬਚਨ ਕਹਿ ਕੇ ਮੰਨ ਲਈ। ਹੋ ਨ ਪਰ ਤ੍ਰੇ ਸੋ ਵਿੱਚ ਵਿਚਾਰੀ। ਗੁਰਦੇਵ ਨੇ ਸਿੱਖਿਆ ਦਿੱਤੀ ਪੈਂਦੇ ਖਾਂ ਨੂੰ। ਇੱਕ ਸਿੱਖਿਆ ਕੱਲੀ ਪੈਂਦੇ ਖਾਂ ਨੂੰ ਨਹੀਂ ਦਿੱਤੀ, ਸਮਸਤ ਸਿੱਖਾਂ ਨੂੰ ਦਿੱਤੀ। ਪੈਂਦੇ ਖਾਂ ਬਲੀ ਬੜਾ ਸੀ, ਸੁੰਦਰ ਬੜਾ ਸੀ, ਭਰ ਜਵਾਨੀ ਵਿੱਚ ਸੀ। ਮਹਾਰਾਜ ਜੀ ਉਹਨੂੰ ਸਿੱਖਿਆ ਦਿੰਦੇ, ਕਹਿੰਦੇ ਪੈਂਦੇ ਖਾਂ ਕਦੇ ਵੀ ਪਰਾਈ ਇਸਤਰੀ ਨਾਲ ਵਿਭਚਾਰੀ ਨਾ ਹੋਵੇਂ। ਤੇਰੀ ਸ਼ਾਦੀ ਹੋ ਗਈ ਆ, ਏਕਾ ਨਾਰੀ ਜਤੀ ਰਹੀ, ਕਦੇ ਪਰ ਇਸਤਰੀ ਕਰਕੇ ਵਿਭਚਾਰੀ ਨਾ ਹੋਵੇਂ। ਹਿਰਦੇ ਪ੍ਰੀਤ ਧਾਰੋ ਨਿਜ ਨਾਰੀ। ਔਰ ਆਪਣੀ ਘਰਵਾਲੀ ਨਾਲ, ਆਪਣੀ ਇਸਤਰੀ ਨਾਲ ਹੀ ਪ੍ਰੇਮ ਕਰੀ। ਕਲਗੀਧਰ ਜੀ ਨੇ ਵੀ ਆਪਣੀ ਬਾਣੀ ਦਸਮ ਬਾਣੀ 'ਚ ਬਚਨ ਕਹੇ ਹੈ। ਗੁਰਦੇਵ ਦੇ ਬਚਨ ਨੇ, ਸੁਧ ਜਬ ਤੇ ਹਮ ਧਰੀ, ਬਚਨ ਗੁਰ ਦਏ ਹਮਾਰੇ। ਪੂਤ ਯਹ ਪ੍ਰਣ ਤੋਹੇ, ਪ੍ਰਾਣ ਜਬ ਲਗ ਕਟ ਥਾਰੇ। ਨਿਜ ਨਾਰੀ ਕੇ ਸਾਥ ਨਿਤ ਤੁਮ ਨੇਹ ਬਢਈਐ, ਪਰ ਨਾਰੀ ਕੀ ਸੇਜ ਭੂਲ ਸੁਪਨੇ ਹੋ ਨਾ ਜਈਐ। ਸੁਪਨੇ ਵਿੱਚ ਵੀ ਪਰਾਈ ਇਸਤਰੀ ਦਾ ਸੰਕਲਪ ਨਾ ਕਰੀ। ਇੱਥੋਂ ਤੱਕ ਕਲਗੀਧਰ ਜੀ ਨੇ ਹੁਕਮ ਕੀਤਾ ਆਪਣੇ ਸਿੱਖ ਨੂੰ। ਗੁਰੂ ਹਰਗੋਬਿੰਦ ਸਾਹਿਬ ਪੈਂਦੇ ਖਾਂ ਨੂੰ ਉਪਦੇਸ਼ ਦਿੰਦੇ, ਪੈਂਦੇ ਖਾਂ ਕਦੇ ਵਿਭਚਾਰੀ ਨਾ ਹੋਵੀਂ, ਪਰ ਇਸਤਰੀ ਕਾਮੀ ਨਾ ਹੋਵੀਂ। ਦਇਆ ਧਰੋ ਦੇਹੋ ਦੀਨਨ ਦਾਨ। ਦੂਜਾ ਬਚਨ ਕਿਹਾ, ਦਇਆ ਰੱਖਣੀ ਆ ਮਨ 'ਚ ਪੈਂਦੇ ਖਾਂ, ਤੇ ਦਾਨ ਕਰਨਾ। ਕੋਈ ਜਾਚਕ ਆ ਜਾਏ, ਘਰ ਵਾਲਾ ਹੈ ਤੂੰ, ਗ੍ਰਸਤੀ ਹੈ, ਤੇ ਕੋਈ ਮੰਗਤਾ ਜਾਚਕ ਆ ਜਾਏ, ਉਹਨੂੰ ਦਾਨ ਕਰਨਾ, ਤੇ ਮਨ 'ਚ ਦਇਆ ਦੀ ਬਿਰਤੀ ਰੱਖਣੀ ਹੈ। ਕਿਹ ਕੋ ਦੁਖ ਨਹਿ ਦੇਹੋ ਸੁਜਾਨ। ਔਰ ਪੈਂਦੇ ਖਾਂ ਕਿਸੇ ਦਾ ਦਿਲ ਨਾ ਦੁਖਾਈ, ਕਿਸੇ ਦਾ ਹਿਰਦਾ ਨਾ ਤੋੜੀ।
ਕਿਸੇ ਨੂੰ ਦੁੱਖ ਨਾ ਦੇਈ, ਜਾਣ ਬੁੱਝ ਕੇ ਕਿਸੇ ਨੂੰ ਦੁੱਖ ਨਾ ਦੇਈ। ਹਾਂ, ਸੁੱਤੇ ਸਿੱਧ ਕਈ ਵਾਰੀ ਕਈ ਖੇਡਾਂ ਐਸੀਆਂ ਹੋ ਜਾਂਦੀਆਂ ਵੀ ਜਿਹਦੇ ਨਾਲ ਕਿਸੇ ਦਾ ਮਨ, ਪਰ ਜਾਣ ਬੁੱਝ ਕੇ ਮਨ 'ਚ ਬਿਰਤੀ ਧਾਰਨ ਕਰਕੇ ਦੁੱਖ ਦੇਣ ਦੀ, ਇਦਾਂ ਨਾ ਕਦੇ ਕਿਸੇ ਨੂੰ ਦੁੱਖ ਦੇਈ। ਪਰਤਰੇ ਕੋ ਸਨਮੁਖ ਨਾ ਲਿਆਵਹੋ। ਪਰਾਈ ਇਸਤਰੀ ਸਨਮੁਖ ਆਵੇ ਤੇ ਵੇਖ ਕੇ ਮਨ ਦੇ ਵਿੱਚ ਵਿਵਚਾਰ ਦੀ ਬਿਰਤੀ ਨਾ ਉਤਪੰਨ ਹੋਣ ਦੇ। ਜੇ ਹੋਵੇ ਤੇ ਨੇਤਰ ਨੀਵੇਂ ਕਰ ਲਈ, ਅੱਖਾਂ ਨੀਵੀਆਂ ਕਰ ਲਈ। ਸ਼ਤਰਨ ਸੋ ਨਹਿ ਪੀਠ ਦਿਖਾਵਹੋ। ਔਰ ਫਿਰ ਬਚਨ ਕੀਤਾ, ਜੰਗ ਦੇ ਮੈਦਾਨ ਵਿੱਚ ਦੁਸ਼ਮਣ ਨੂੰ ਪਿੱਠ ਨਹੀਂ ਵਿਖਾਉਣੀ ਪੈਂਦੇ ਖਾਨ। ਜਦੋਂ ਰਣ ਭੂਮੀ 'ਚ ਲੜੇ ਫਿਰ ਸੂਰਮਿਆਂ ਵਾਂਗੂ ਲੜਨਾ। ਕਦੇ ਵੀ ਰਣ ਭੂਮੀ 'ਚ ਜੰਗ ਦੇ ਮੈਦਾਨ ਵਿੱਚ ਆਪਣੀ ਪਿੱਠ ਨਹੀਂ ਵਿਖਾਉਣੀ। ਨਿਤ ਖੁਦਾਏ ਸਿਮਰਹੁ ਸੁਖ ਪਾਵਹੋ। ਔਰ ਨਿਤ ਖੁਦਾ ਨੂੰ ਯਾਦ ਕਰਨਾ, ਰੱਬ ਨੂੰ ਯਾਦ ਕਰਨਾ ਤੇ ਉਹਦਾ ਸਿਮਰਨ ਕਰਨਾ। ਇਹ ਵੀ ਬਚਨ ਕਹੇ। ਇਹ ਜਿੰਨੇ ਨਾਲ ਸ਼ੁਭ ਕਰਮ ਦੱਸੇ, ਨਾਲ ਭਜਨ ਦਾ ਹੁਕਮ ਵੀ ਕੀਤਾ। ਨਾਮ ਬਿਨਾ ਇਹ ਸਾਰੇ ਕਰਮ ਜ਼ੀਰੋ ਨੇ। ਨਾਮ ਜਪੋਗੇ ਉਹ ਏਕਾ ਲੱਗੇਗਾ, ਫਿਰ ਇਹ ਸਾਰੇ ਕਰਮ 10 ਗੁਣਾ ਹੋ ਜਾਣਗੇ, ਨਹੀਂ ਤਾਂ ਇਕੱਲੇ ਜ਼ੀਰੋ। ਮਹਾਰਾਜ ਜੀ ਕਹਿੰਦੇ ਰੱਬ ਦਾ, ਖੁਦਾ ਦਾ, ਅੱਲਾਵੰਦ ਦਾ, ਪਰਮੇਸ਼ਰ ਦਾ ਜਿਹੜਾ ਨਾਮ ਹੈ ਉਹ ਰੋਜ਼ ਸਿਮਰਨਾ। ਨਾਮ ਜਪਣ ਤੋਂ ਨਹੀਂ ਕੁਤਾਈ ਕਰਨੀ। ਕਹਿੰਦੇ ਖਾਂ ਅੱਲਾ ਦਾ ਜਾਪ ਜ਼ਰੂਰ ਜਪਣਾ, ਜਿਹੜਾ ਤੇਰਾ ਮਨ ਕਰੇ ਉਹ ਜਪ। ਮਹਾਰਾਜ ਜੀ ਨੇ ਨਹੀਂ ਕਿਹਾ ਤੂੰ ਗੁਰਮੰਤਰ ਜਪਣਾ, ਮੁਸਲਮਾਨ ਸੀ, ਪਰ ਨਾਮ ਜ਼ਰੂਰ ਜਪਣਾ। ਅਕਾਲ ਪੁਰਖ ਨੂੰ ਕੋਈ ਅੱਲਾ ਕਵੇ, ਕੋਈ ਰਾਮ ਕਹਿ ਕੇ ਧਿਆਵੇ, ਕੋਈ ਖੁਦਾ ਕਹਿ ਕੇ, ਕੋਈ ਕਰੀਮ ਕਹਿ ਕੇ, ਜਿਵੇਂ ਮਰਜ਼ੀ ਧਿਆਵੇ, ਕੋਈ ਉਸ ਪਰਮੇਸ਼ਰ ਨੂੰ ਧਿਆਵੋ। ਅਕਾਲ ਪੁਰਖ ਨੂੰ ਨਾਮ ਉਹਦੀ ਨਾਮ ਜਪਣ ਦਾ ਜਿਹੜਾ ਤੱਤ ਹੈ ਇਹ ਸਾਂਝਾ ਤੱਤ ਹੈ। ਸਾਰੀ ਮਨੁੱਖਤਾ ਨੂੰ ਇੱਕ ਛੱਤ ਥੱਲੇ ਨਾਮ ਜਪਣ ਤੇ ਇਕੱਠਾ ਕੀਤਾ ਜਾ ਸਕਦਾ। ਕਿਸੇ ਦੇ ਨਾਲ ਵੀ ਦਵੰਦ ਭਾਵ ਜਿਹੜਾ ਉਹ ਨਾਮ ਦੀ ਸਾਧਨਾ ਨਾਲ ਖਤਮ ਹੋ ਜਾਂਦਾ। ਤੋ ਮਹਾਰਾਜ ਜੀ ਕਹਿੰਦੇ ਪੈਂਦੇ ਖਾਂ ਨਾਮ ਜਪਣਾ ਰੋਜ਼ ਜ਼ਰੂਰ, ਅੱਲਾ ਦਾ, ਪਰਮੇਸ਼ਰ ਦਾ। ਪ੍ਰਭ ਭਾਣਾ ਪਿਖ ਆਨੰਦ ਉਪਾਵਹੋ। ਔਰ ਪ੍ਰਭੂ ਦੇ ਭਾਣੇ 'ਚ ਰਹਿਣਾ, ਉਹਦੀ ਰਜ਼ਾ 'ਚ ਰਹਿਣਾ, ਉਹਦੀ ਆਗਿਆ 'ਚ ਚੱਲਣਾ, ਔਰ ਸਦਾ ਆਨੰਦ 'ਚ ਰਹਿਣਾ। ਬੰਦਾ ਆਨੰਦ 'ਚ ਕਦੋਂ ਰਹਿੰਦਾ? ਜਦੋਂ ਇਹ ਸਮਝ ਲੇ ਵੀ ਉਹਦਾ ਭਾਣਾ, ਫਿਰ ਆਨੰਦ ਵਰਤਦਾ। ਤੇ ਜੇ ਬੰਦਾ ਕਵੇ ਵੀ ਫਲਾਣੇ ਨੇ ਕੀਤਾ, ਅਮਕੇ ਨੇ ਕੀਤਾ, ਫਿਰ ਮਨ 'ਚ ਕ੍ਰਿਜਦਾ ਰਹਿੰਦਾ। ਜਦੋਂ ਇਹ ਸਮਝੇ ਵੀ ਪਰਮੇਸ਼ਰ ਦਾ ਭਾਣਾ, ਫਿਰ ਆਨੰਦ 'ਚ ਹੋ ਜਾਂਦਾ। ਮਹਾਰਾਜ ਜੀ ਕਹਿੰਦੇ ਪਰਮੇਸ਼ਰ ਦੇ ਭਾਣੇ 'ਚ ਰਹਿ ਕੇ ਆਨੰਦ 'ਚ ਰਹਿਣਾ ਹੈ। ਕਰ ਪਦ ਬੰਧਨ ਬੋਲਿਓ ਪੈਂਦਾ। ਪਾਤਸ਼ਾਹ ਦੇ ਚਰਨਾਂ ਤੇ ਮੱਥਾ ਟੇਕ ਕੇ ਪੈਂਦਾ ਬੋਲਿਆ, ਨਹਿ ਮੈਂ ਤਰਾਸ ਤਰਹੁ ਰਿਪ ਕਹਿੰਦਾ। ਮਹਾਰਾਜ ਜੰਗ ਦੇ ਮੈਦਾਨ ਵਿੱਚ ਮੈਂ ਕਿਸੇ ਦੁਸ਼ਮਣ ਦਾ ਡਰ ਨਹੀਂ ਰੱਖਦਾ। ਰਣ ਭੂਮੀ ਵਿੱਚ ਮੈਂ ਨਹੀਂ ਕਿਸੇ ਦਾ ਭੈ ਮੰਨਦਾ। ਰਾਵਰ ਕੇ ਪ੍ਰਤਾਪ ਕਰ ਮੋਹੀ। ਮਹਾਰਾਜ ਤੁਹਾਡੇ ਪ੍ਰਤਾਪ ਕਰਕੇ, ਤੁਹਾਡੇ ਬਲ ਕਰਕੇ, ਤੁਹਾਡੀ ਕਿਰਪਾ ਕਰਕੇ ਸਰਬ ਭਾਂਤ ਕੋ ਆਨੰਦ ਹੋਹੀ। ਮੈਨੂੰ ਸਰਬ ਪ੍ਰਕਾਰ ਨਾਲ ਆਨੰਦ ਮਿਲੇ ਹੈ। ਘਰ-ਬਾਰ ਮਹਾਰਾਜ ਤੁਸੀਂ ਮੇਰਾ ਬਣਾ ਦਿੱਤਾ, ਸ਼ਾਦੀ ਤੁਸੀਂ ਮੇਰੀ ਕਰ ਦਿੱਤੀ, ਜੋ ਮੈਨੂੰ ਚਾਹੀਦਾ ਹਰ ਸ਼ੈ ਤੁਸੀਂ ਮੈਨੂੰ ਦੇ ਦਿੱਤੀ ਹੈ। ਸਤਿਗੁਰੂ ਤੁਹਾਡੀ ਕਿਰਪਾ ਨਾਲ ਮੈਨੂੰ ਸਾਰੇ ਆਨੰਦ ਪ੍ਰਾਪਤ ਨੇ। ਗਇਓ ਆਪਨੇ ਸਦਨ ਮਝਾਰਾ। ਮਹਾਰਾਜ ਅੱਗੇ ਵੀ ਦਇਆ ਦ੍ਰਿਸ਼ਟੀ ਰੱਖਿਓ। ਇਹ ਕਹਿ ਕੇ ਪੈਂਦੇ ਖਾਂ ਨੇ ਮੱਥਾ ਟੇਕਿਆ, ਸਤਿਗੁਰਾਂ ਨੂੰ ਨਮਸਕਾਰ ਕਰਕੇ ਆਪਣੇ ਨਗਰ ਛੋਟੇ ਮੀਰ ਚਲਾ ਗਿਆ। ਬਿਵਦ ਬਿਲਾਸ ਕਰੇ ਮਿਲਦਾਰਾ। ਔਰ ਘਰ ਗਿਆ, ਪਰਿਵਾਰ ਨੂੰ, ਜੀਆਂ ਜਨਤਾ ਨੂੰ ਮਿਲਿਆ। ਸ੍ਰੀ ਹਰਿ ਗੋਬਿੰਦ ਚੜੇ ਤੁਰੰਗ। ਧੰਨ ਗੁਰੂ ਹਰਗੋਬਿੰਦ ਸਾਹਿਬ ਮੀਰੀਆਂ ਪੀਰੀਆਂ ਦੇ ਮਾਲਕ, 6ਵੇਂ ਪਾਤਸ਼ਾਹ ਕਰਤਾਰਪੁਰ ਸਾਹਿਬ ਤੋਂ ਨਗਾਰਾ ਵਜਾਇਆ ਕੂਚ ਦਾ ਤੇ ਘੋੜੇ ਤੇ ਚੜੇ। ਦੁੰਦਬ ਬਜਿਓ ਅਧਿਕ ਧੁਨ ਸੰਗ। ਮਹਾਰਾਜ ਜੀ ਦੇ ਨਗਾਰੇ ਤੇ ਚੋਭਾਂ ਵੱਜੀਆਂ, ਬੜੀ ਧੁਨ, ਬੜੀ ਗੰਭੀਰ ਆਵਾਜ਼ ਉਸ ਨਗਾਰੇ ਦੀ ਦੂਰ ਤੱਕ ਸੁਣਾਈ ਦਿੰਦੀ ਹੈ। ਮਨਹੁ ਬਿਦਤ ਹੀ ਵਿਜੈ ਬਤਾਵੈ। ਕਹਿੰਦੇ ਮਾਨੋ ਨਗਾਰਾ ਵੱਜ ਕੇ ਇਹ ਦੱਸ ਰਿਹਾ ਕਿ 6ਵੇਂ ਪਾਤਸ਼ਾਹ ਆਪ ਜੀ ਜਿੱਥੇ ਅੱਗੇ ਜਾ ਰਹੇ ਹੋ, ਉੱਥੇ ਜਿਹੜਾ ਜੰਗ ਹੋਣਾ, ਉਹ ਜੰਗ ਦੇ ਵਿੱਚ ਜਿੱਤ ਤੁਹਾਡੀ ਹੋਣੀ ਹੈ। ਮਾਨੋ ਵੀ ਹੁਣੇ ਹੀ ਜਿੱਤ ਦੇ ਨਗਾਰੇ ਵੱਜ ਰਹੇ ਨੇ। ਉਹ ਆਪਣੀ ਆਵਾਜ਼ ਨਾਲ ਇਹ ਗੱਲ ਪ੍ਰਗਟ ਕਰ ਰਿਹਾ ਕਿ 6ਵੇਂ ਪਾਤਸ਼ਾਹ ਜਿੱਥੇ ਜਾਣਗੇ ਉੱਥੇ ਵਿਜੈ ਹੀ ਵਿਜੈ ਹੋਵੇਗੀ। ਹਨੇ ਚੋਬ ਇਮ ਸ਼ਬਦ ਉਠਾਵੈ। ਕਹਿੰਦੇ ਜਦੋਂ ਚੋਭਾਂ ਲੱਗਦੀਆਂ ਨਗਾਰੇ ਤੇ ਨਗਾਰੇ ਚੋਂ ਆਵਾਜ਼ ਉੱਠਦੀ ਹੈ,
ਸੁਪਟ ਅਰੂੜ ਹਯਨ ਪਰ ਭਏ। ਨਗਾਰੇ ਦੀ ਆਵਾਜ਼ ਸੁਣ ਕੇ ਜਿੰਨੇ ਸੂਰਮੇ ਸੀ, ਖਾਲਸਾ ਜੀ ਉਦੋਂ ਇਹੀ ਨਗਾਰਾ ਹੀ ਜਿਹੜਾ ਸੀਗਾ ਸਾਰੀ ਫੌਜ ਨੂੰ ਕੰਟਰੋਲ ਕਰਦਾ ਸੀ। ਪਹਿਲਾਂ ਸਵੇਰੇ ਅੰਮ੍ਰਿਤ ਵੇਲੇ ਨਗਾਰਾ ਵੱਜਣਾ, ਵੀ ਜੇ ਇਹ ਅਲਾਰਮ ਹੁੰਦਾ ਸੀ, ਇੱਕ ਸਿੰਘ ਨੇ ਉੱਠ ਜਾਣਾ ਤਿਆਰ ਬਰ ਤਿਆਰ ਹੋ ਕੇ ਨਗਾਰਾ ਵਜਾਣਾ, ਬਾਕੀਆਂ ਨੇ ਸੁਣ ਲੈਣਾ ਵੀ ਇਸ ਵੇਲੇ ਅੰਮ੍ਰਿਤ ਵੇਲੇ ਦਾ ਨਗਾਰਾ ਵੱਜ ਗਿਆ। ਉੱਠ ਕੇ ਇਸ਼ਨਾਨ ਪਾਨ ਕਰ ਲੈਣਾ, ਫਿਰ ਨਿਤਨੇਮ ਦਾ ਨਗਾਰਾ ਵੱਜ ਜਾਣਾ, ਫਿਰ ਜਲ ਪਾਣੀ ਤਿਆਰ ਹੋ ਜਾਣਾ ਉਹਦਾ ਨਗਾਰਾ, ਫਿਰ ਜਦੋਂ ਜਾਣਾ ਉਹਦੇ ਲਈ ਨਗਾਰਾ, ਪਹਿਲਾਂ ਤਿਆਰੀ ਦਾ ਨਗਾਰਾ ਵੱਜਣਾ, ਸਮਝ ਜਾਣਾ ਵੀ ਹੁਣ ਸਾਰੀ ਫੌਜ ਤਿਆਰੀ ਕਰ ਲੈ। ਫਿਰ ਕੂਚ ਦਾ ਨਗਾਰਾ, ਫਿਰ ਚੋਭਾਂ ਲੱਗਣੀਆਂ ਵੀ ਹੁਣ ਚਾਲਾ ਮਾਰਨਾ। ਤੋ ਇਸ ਪ੍ਰਕਾਰ ਨਾਲ ਜਿੰਨੀ ਫੌਜ ਸੀ ਨਗਾਰੇ ਦੀ ਆਵਾਜ਼ ਸੁਣ ਕੇ ਸਭ ਘੋੜਿਆਂ ਤੇ ਸਵਾਰ ਹੋ ਗਈ। ਕਸੀ ਤੁਫੰਗ ਤਿਆਰ ਕਰ ਲਏ। ਬੰਦੂਕਾਂ ਤਿਆਰ ਕਰ ਲਈਆਂ ਕੱਸ ਕੇ। ਸਤਿਗੁਰ ਪ੍ਰੇਰਿਤ ਚਲਿਓ ਤੁਰੰਗ। ਪਾਤਸ਼ਾਹ ਆਪਣਾ ਬੜਾ ਸੁੰਦਰ ਘੋੜਾ, ਬਲਵਾਨ ਘੋੜਾ ਪ੍ਰੇਰਿਤ ਲੈ ਕੇ ਜਾ ਰਹੇ ਨੇ। ਜਨ ਗਮਨਤ ਉਠ ਗੰਗ ਤਰੰਗ। ਕਹਿੰਦੇ ਮਾਨੋ ਜਿਵੇਂ ਗੰਗਾ ਦੀਆਂ ਤਰੰਗਾਂ ਉੱਠਦੀਆਂ ਨੇ ਇਉਂ ਜਾ ਰਹੇ ਨੇ। ਸਾਵਨ ਦੁਤੀ ਦਿਵਸ ਸੁਰ ਗੁਰੂ। ਕਹਿੰਦੇ ਸਾਵਣ ਦੀ ਦੂਜ ਦਾ ਦਿਨ ਤੇ ਵੀਰਵਾਰ ਦਾ ਦਿਨ ਸੀ। ਏਕ ਮਾਵਸ ਗਮਨੇ ਗੁਰੂ। ਏਦਾਂ ਸਤਿਗੁਰੂ ਜੀ ਚੱਲੇ ਹਨ। ਸ੍ਰੀ ਕਰਤਾਰਪੁਰਾ ਤਰ ਚਲੇ। ਸ੍ਰੀ ਕਰਤਾਰਪੁਰ ਸਾਹਿਬ ਤੋਂ ਮਹਾਰਾਜ ਜੀ ਨੇ ਚਾਲਾ ਮਾਰਿਆ। ਤੁਰਕ ਬਿਨਾਸਨ ਚਹਿਤ ਬਿਸਾਲੇ। ਐਸੇ ਸਤਿਗੁਰੂ ਜੋ ਤੁਰਕਾਂ ਦਾ, ਮਲੇਛਾਂ ਦਾ, ਜਰਵਾਣਿਆਂ ਦਾ ਨਾਸ਼ ਕਰਨਾ ਚਾਹੁੰਦੇ ਆ, ਜਿਨ੍ਹਾਂ ਦੇ ਜਨਮ ਤੋਂ ਪਹਿਲਾਂ ਹੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਨੇ ਕਿਹਾ ਸੀ, ਮੁੱਕੀ ਮਾਰ ਕੇ ਗੰਢੇ ਦਾ ਸਿਰ ਭੰਨਿਆ, ਤੇ ਕਹਿੰਦੇ ਮਾਤਾ ਜਿਵੇਂ ਆਹ ਮੁੱਕੀ ਮਾਰ ਕੇ ਗੰਢੇ ਦਾ ਸਿਰ ਭੰਨਿਆ, ਇਦਾਂ ਮਲੇਛਾਂ ਦੇ ਸਿਰ ਭੰਨਣ ਵਾਲਾ ਯੋਧਾ ਗੁਰੂ ਤੁਹਾਡੀ ਕੁੱਖ ਤੋਂ ਜਨਮ ਲੈ ਕੇ ਆਵੇਗਾ। ਤੋ ਪਾਤਸ਼ਾਹ ਉਹ ਬਚਨ ਪੂਰੇ ਹੋ ਰਹੇ ਆ। ਤੋ ਗਰੀਬ ਨਵਾਜ ਪਾਤਸ਼ਾਹ ਜੋ ਮਲੇਛਾਂ ਦਾ, ਜਰਵਾਣਿਆਂ ਦਾ ਨਾਸ਼ ਕਰਨ ਲਈ ਜਾ ਰਹੇ ਨੇ। ਆਗੇ ਮਿਲੇ ਸ਼ਗਨ ਸ਼ੁਭ ਹੋਤ। ਕਹਿੰਦੇ ਜਦੋਂ ਗਏ ਤੇ ਅੱਗੇ ਸਾਰੇ ਸ਼ੁਭ ਸ਼ਗਨ ਹੀ ਦਿਸਦੇ, ਕਿਉਂਕਿ ਜਿੱਥੇ ਸਤਿਗੁਰੂ ਹੋਣ ਉੱਥੇ ਸਾਰੀ ਸ਼ੁਭ ਸ਼ਗਨ, ਜਿੱਥੇ ਗੁਰੂ ਨਹੀਂ ਉੱਥੇ ਸਾਰੀਆਂ ਹੀ ਬਦ ਸ਼ਗਨੀਆਂ ਹੁੰਦੀਆਂ। ਆਖੋ ਸਤਨਾਮ। ਗੁਰੂ ਜਿੱਥੇ ਹਾਜ਼ਰ ਹੋਵੇ ਸਿੱਖੇ ਜਾਣ ਲੈ, ਉੱਥੇ ਸਾਰੀ ਸ਼ੁਭ ਸ਼ਗਨ ਨੇ। ਜਿੱਥੇ ਗੁਰੂ ਨੂੰ ਯਾਦ ਨਹੀਂ ਨਾ ਕਰਦੇ, ਉੱਥੇ ਤੁਸੀਂ ਭਾਵੇਂ ਜਿਹਨੂੰ ਮਰਜ਼ੀ ਬਾਹਮਣ ਨੂੰ ਪੁੱਛਿਆ ਹੋਵੇ ਵੀ ਸ਼ੁਭ ਸ਼ਗਨ, ਜੇ ਗੁਰੂ ਨੂੰ ਚੇਤੇ ਨਹੀਂ ਕੀਤਾ, ਆਪਣੇ ਸਾਹਿਬ ਨੂੰ ਚੇਤੇ ਨਹੀਂ ਕੀਤਾ, ਸਭ ਬਦ ਸ਼ਗਨੀਆਂ ਹੀ ਨੇ। ਕਹਿੰਦੇ ਜਦੋਂ ਸਾਹਿਬ ਚੱਲੇ ਤੇ ਅੱਗੇ ਸ਼ੁਭ ਸ਼ਗਨ ਕੁਦਰਤ ਵਿਖਾ ਰਹੀ ਹੈ, ਸਾਰੇ ਉਹ ਨਜ਼ਰ ਆ ਰਹੇ ਨੇ। ਸੁਣੋ ਜੀ। ਰਿਪ ਨਾਸ਼ਨ ਗੁਰ ਵਿਜੈ ਉਦੋਤ। ਮਾਨੋ ਦੱਸ ਰਹੇ ਨੇ ਵੀ ਸਤਿਗੁਰੂ ਦੁਸ਼ਮਣਾਂ ਦਾ ਨਾਸ਼ ਕਰਨ ਲਈ ਜਾ ਰਹੇ ਨੇ ਤੇ ਉਹਨਾਂ ਦੀ ਜਿੱਤ ਹੋਵੇਗੀ। ਮਿਲੀ ਜੋਖਤਾ ਬਾਲਕ ਗੋਦ। ਕਹਿੰਦੇ ਅੱਗੋਂ 5-7 ਮਾਈਆਂ ਬੀਬੀਆਂ ਇਕੱਠੀਆਂ ਹੋਈਆਂ, ਸਭ ਨੇ ਗੋਦੀ 'ਚ ਬੱਚੇ ਚੁੱਕੇ ਹੋਏ। ਇਹ ਵੀ ਸ਼ੁਭ ਸ਼ਗਨ ਹੁੰਦਾ। ਗੋਦ 'ਚ ਬੱਚੇ ਚੁੱਕੇ, ਉਹਨਾਂ ਨੇ ਨਮਸਕਾਰ ਕੀਤੀ। ਹੁਤੀ ਸੁਹਾਗਨ ਸਹਿਤ ਪ੍ਰਮੋਦ। ਸੁਹਾਗਣਾ ਨੇ ਤੇ ਬੜੇ ਪ੍ਰਮੋਦ 'ਚ, ਬੜੇ ਆਨੰਦ ਵਿੱਚ ਨੇ। ਸੁਰਬੀ ਬਤਸ ਚੁੰਗਾਵਤ ਠਾਂਡੀ। ਕਹਿੰਦੇ ਕੁਦਰਤ ਨੇ ਪ੍ਰੇਰ ਦਿੱਤਾ, 5-7 ਗਊਆਂ ਅੱਗੇ ਆ ਗਈਆਂ, ਉਹਨਾਂ ਦੇ ਨਾਲ ਉਹਨਾਂ ਦੇ ਬਛੜੇ ਗਊਆਂ ਨੂੰ ਚੁੰਗ ਰਹੇ ਨੇ। ਇਹ ਵੀ ਸ਼ੁਭ ਸ਼ਗਨ ਹੁੰਦਾ। ਕਹਿੰਦੇ ਉਹ ਆਪ ਹੀ ਮਾਨੋ ਕੁਦਰਤ ਹੀ ਸਭ ਕੁਝ ਵਿਖਾ ਰਹੀ ਹੈ। ਚਾਟਤ ਹਿਰਦੇ ਪ੍ਰੀਤ ਬਹੁ ਬਾਡੀ। ਤੇ ਉਹ ਜਿਹੜੀਆਂ ਗਊਆਂ ਨੇ ਆਪਣੇ ਵਤਸ਼ਲਾਂ ਨੂੰ, ਉਹਨਾਂ ਵੱਛਿਆਂ ਨੂੰ ਚੱਟ ਰਹੀਆਂ ਨੇ। ਸੁੰਦਰ ਗੌਨ ਪੌਨ ਤਬ ਕੀਨ। ਫਿਰ ਹਵਾ ਚੱਲੀ ਪਿਛਲੇ ਪਾਸਿਓਂ, ਬੜੀ ਠੰਡੀ ਠੰਡੀ ਮਿੱਠੀ ਮਿੱਠੀ ਹਵਾ ਚੱਲੀ। ਮ੍ਰਿਗਨ ਸੋ ਮਾਲ ਦਾਹਨੇ ਲੀਨ। ਫਿਰ ਮਿਰਗਾਂ ਦੀ ਢਾਰ ਸੱਜੇ ਪਾਸਿਓਂ ਦੌੜ ਕੇ ਆਈ। ਜੇ ਖੱਬੇ ਪਾਸਿਓਂ ਹੋਵੇ ਤੇ ਮਾੜਾ ਸ਼ਗਨ ਹੁੰਦਾ, ਸੱਜੇ ਪਾਸੇ ਹੋਵੇ ਸ਼ੁਭ ਸ਼ਗਨ ਹੁੰਦਾ। ਕਹਿੰਦੇ ਸੱਜੇ ਪਾਸਿਓਂ ਮਿਰਗਾਂ ਦੀ ਢਾਰ ਦੌੜੀ ਆਈ। ਗੱਲ ਕੀ ਇਦਾਂ ਕਹਿ ਸਕਦੇ ਹਾਂ ਵੀ ਜਿੱਥੇ ਸਾਹਿਬ ਹੋਣ ਉੱਥੇ ਸਾਰੇ ਸ਼ੁਭ ਸ਼ਗਨ ਨੇ। ਹਾਂਜੀ। ਮ੍ਰਿਦਲ ਸ਼ਬਦ ਕੋ ਕਰ ਹੈ ਬਿਹੰਗ। ਤੇ ਪੰਛੀ ਬੜਾ ਮਿੱਠਾ ਮਿੱਠਾ ਬੋਲਦੇ, ਤੇ ਜਦੋਂ ਮਾੜਾ ਸ਼ਗਨ ਹੁੰਦਾ ਤੇ ਗਿੱਧਾਂ ਆ ਜਾਂਦੀਆਂ ਨੇ ਸਿਰ ਤੇ, ਉਹ ਬੋਲਦੀਆਂ, ਇੱਲਾਂ ਬੋਲਦੀਆਂ ਨੇ। ਜਿਨ੍ਹਾਂ ਨੇ ਹਾਰਨਾ ਹੁੰਦਾ ਨਾ ਜੰਗ ਦੇ ਮੈਦਾਨ 'ਚ, ਉਹਨਾਂ ਦੇ ਸਿਰ ਤੇ ਇੱਲਾਂ ਬੋਲਦੀਆਂ, ਗਿੱਧਾਂ ਬੋਲਦੀਆਂ। ਜਿਨ੍ਹਾਂ ਜੰਗ ਦੇ ਮੈਦਾਨ 'ਚ ਜਿੱਤਣਾ ਹੁੰਦਾ, ਉਹ ਪੰਛੀ ਬੜੀ ਮਿੱਠੀ ਮਿੱਠੀ ਆਵਾਜ਼ 'ਚ
ਉਹ ਬੋਲਦੇ ਨੇ। ਜੇ ਸ਼ੁਭ ਹੋਤ ਭਏ ਸੁਖ ਅੰਗ, ਜਿੰਨੇ ਸ਼ੁਭ ਸ਼ਗਨ ਨੇ ਉਹ ਸਾਰੇ ਨਜ਼ਰ ਆਉਂਦੇ ਐ। ਦੁੰਦਬ ਬਾਜਤ ਮਾਰਗ ਚਾਲੇ, ਤੇ ਨਗਾਰਾ ਵੱਜਦਾ ਤੇ ਸਾਹਿਬ ਜੀ ਜਾ ਰਹੇ ਨੇ ਰਸਤੇ 'ਚ। ਮਿਲਹਿ ਗ੍ਰਾਮ ਕੇ ਮਾਨਵ ਜਾਲੇ, ਰਸਤੇ ਵਿੱਚ ਜਿਹੜੇ ਪਿੰਡ ਨਗਰ ਗ੍ਰਾਮ ਆਉਂਦੇ ਨੇ ਉੱਥੋਂ ਦੇ ਜਿੰਨੇ ਵਸਿੰਦੇ ਨੇ ਉਹ ਮਹਾਰਾਜ ਜੀ ਨੂੰ ਆ ਕੇ ਮਿਲਦੇ ਹਨ। ਅਰਪਹਿ ਭੇਟ ਧਾਏ ਕਰ ਆਗੇ, ਸਤਿਗੁਰਾਂ ਦੇ ਚਰਨਾਂ 'ਚ ਲਿਆ ਕੇ ਕਈ ਤਰ੍ਹਾਂ ਦੀਆਂ ਭੇਟਾਵਾਂ ਅਰਪਣ ਕਰਦੇ ਹਨ। ਪਦ ਅਰਬਿੰਦ ਛੁਵੈ ਬੜ ਭਾਗੇ, ਵੱਡਿਆਂ ਭਾਗਾਂ ਵਾਲੇ ਸਤਿਗੁਰਾਂ ਦੇ ਚਰਨਾਂ ਨੂੰ ਸਪਰਸ਼ ਕਰਦੇ ਨੇ। ਹੇਰ ਹੇਰ ਸੁਧ ਸਭਨ ਸੁਨਾਵੈ, ਮਹਾਰਾਜ ਜੀ ਦੇ ਦਰਸ਼ਨ ਕਰਕੇ ਫਿਰ ਉਹ ਅੱਗਿਆਂ ਨੂੰ ਹੋਰਾਂ ਨੂੰ ਵੀ ਦੱਸਦੇ ਬਈ 6ਵੇਂ ਪਾਤਸ਼ਾਹ ਆਏ ਆ, ਚੱਲ ਕੇ ਦਰਸ਼ਨ ਕਰ ਲਓ। ਬੜੋ ਲਾਭ ਲਖ ਦੋਰਤ ਆਵੈ, ਸਿੱਖ ਦੌੜੇ ਆਉਂਦੇ ਵੱਡਾ ਲਾਭ ਜਾਣ ਕੇ ਵੀ ਘਰ ਬੈਠਿਆਂ ਦਰਸ਼ਨ ਹੋ ਰਹੇ ਆ, ਚਲੋ ਚੱਲ ਕੇ ਦਰਸ਼ਨ ਕਰ ਲਈਏ। ਖੁਸ਼ੀ ਕਰਤ ਗਮਨੰਤ ਕਿਰਪਾਲਾ, ਕਿਰਪਾਲੂ ਸਤਿਗੁਰੂ ਸਭ ਤੇ ਖੁਸ਼ੀਆਂ ਕਰਦਿਆਂ ਜਾ ਰਹੇ ਹਨ। ਲੰਗੇ ਇਸ ਬੇਦ ਪੰਥ ਬਿਸਾਲਾ, ਏਦਾਂ ਸਤਿਗੁਰੂ ਸਾਰਾ ਪੈਂਡਾ ਤੈਅ ਕਰਕੇ ਰੋਹੇਲੇ ਨਗਰ ਦੇ ਨੇੜੇ ਆ ਪਹੁੰਚੇ ਨੇ। ਇੱਥੇ ਸਤਿਗੁਰੂ ਜੀ ਆਣ ਕੇ ਨਿਵਾਸ ਕਰ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਗੁਰੂ ਪਾਤਸ਼ਾਹ ਜੀ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ।